दिल्ली से गुरुद्वारा प्रबंधक कमेटी के प्रधान जिहड़े सरदार हरमीत सिंह कालका ने वो श्रोमणी कमेटी की धर्म प्रचार के उत्ते कारगुजारी के उत्ते कुछ टिप्पणियां कर रहे हैं। सरदार हरमीत सिंह कालका मेरा छोटा भरा है। मैं किस भावना ना गया सी, मेरी सिर्फ भावना एको ही सी, सिर्फ धर्म प्रचार की। ਜਿਹੜੀ ਉਹਨਾਂ ਨੇ ਫਿਰ ਉਹਦਾ ਰਿਪਲਾਈ ਦਿੱਤਾ, ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਪੰਜਾਬ ਦੇ ਵਿੱਚ ਬੜੀ ਵੱਡੀ ਧਰਮ ਪਰਿਵਰਤਨ ਹੋ ਰਿਹਾ ਜੀ, ਕ੍ਰਿਸਚੀਅਨ ਲੋਕ ਬਣ ਰਹੇ, ਉੱਥੇ ਇਹਨੂੰ ਆਪਣਾ ਜ਼ੋਰ ਦੇਣਾ ਚਾਹੀਦਾ ਤੇ ਦਿੱਲੀ ਦੇ ਵਿੱਚ ਆ ਕੇ ਦਫੇੜ ਪਾ ਰਿਹਾ। ਮੈਂ ਤਾਂ ਉਹਨਾਂ ਦਾ ਸਹਿਯੋਗੀ ਹਾਂ, ਉਹਨਾਂ ਤੋਂ ਸਹਿਯੋਗ ਦੇਣ ਤੇ ਸਹਿਯੋਗ ਲੈਣ, ਪਰ ਨਫ਼ਰਤ ਭਰੀਆਂ ਗੱਲਾਂ ਜਿਹੜੀਆਂ ਉਹ ਫਿਰ ਠੀਕ ਨਹੀਂ ਲੱਗਦੀਆਂ, ਖਾਸ ਕਰਕੇ ਧਾਰਮਿਕ। ਢੀਂਡਸਾ ਸਾਹਿਬ ਵੀ ਸੁਹਿਰਦ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਲੰਬਾ ਅਰਸਾ ਸਾਡੇ ਆਪਣੇ ਲੀਡਰ ਆ, ਸਤਿਕਾਰਤ। ਉਹਨਾਂ ਨੂੰ ਵੀ ਮੈਂ ਬੇਨਤੀ ਕਰਦਾ, ਗੱਲ ਸੁਲਝਾਉਣ ਦੀ ਕਰੀਏ, ਗੱਲ ਉਲਝਾਉਣ ਦੀ ਨਾ ਕਰੀਏ। ਸਿੱਖ ਰੈਫਰੈਂਸ ਲਾਇਬ੍ਰੇਰੀ ਦਾ ਜਿਹੜਾ ਵਡਮੁੱਲਾ ਖਜ਼ਾਨਾ ਔਰ ਇਸ ਤੋਂ ਇਲਾਵਾ ਜਿਹੜੇ 328 ਸਰੂਪ ਲਾਪਤਾ ਹੋਏ ਸਨ, ਉਹਦੇ ਬਾਰੇ ਦੇ ਵਿੱਚ ਬਹੁਤ ਕੂੜ ਪ੍ਰਚਾਰ ਹੋ ਰਿਹਾ ਹੈ। ਅੱਜ ਮੈਨੂੰ ਇਹ ਕਹਿਣ ਦੇ ਵਿੱਚ ਅਫਸੋਸ ਆ ਕਿ ਉਹ ਕੇਵਲ ਤਾਂ ਕੇਵਲ ਜਿੰਨੀਆਂ ਵੀ ਜਥੇਬੰਦੀਆਂ ਉਹ 328 ਸਰੂਪਾਂ ਨੂੰ ਲਾਪਤਾ ਕਹਿ ਰਹੀਆਂ, ਜਦ ਕਿ ਲਾਪਤਾ ਨਹੀਂ। ਸਮਾਂ ਇਵੇਂ ਦਾ ਆ ਗਿਆ ਕਿ ਕੱਲ੍ਹ ਤੱਕ ਤਾਂ ਲੋਕ ਆਪਾਂ ਕਹਿੰਦੇ ਸੀ ਵੀ ਭੁੱਖ ਨੂੰ, ਹੁਣ ਸ਼ਾਇਦ ਆਪਾਂ ਕਿਸੇ ਕੋ ਸਮਾਂ ਇਵੇਂ ਦਾ ਵੀ ਆ ਜਾਵੇ ਪਾਣੀ ਨੂੰ ਵੀ ਅਸੀਂ ਤਰਸ ਜਾਈਏ। ਕਈ ਥਾਵਾਂ ਦੇ ਉੱਤੇ ਤੁਹਾਡੇ ਨੋਟਿਸ ਵੀ ਆਉਣਾ ਹੈ ਕਿ ਏਅਰਪੋਰਟ ਦੇ ਉੱਤੇ, ਮੈਟਰੋ ਸਟੇਸ਼ਨਾਂ ਦੇ ਉੱਤੇ ਜਾਂ ਕਿਸੇ ਹੋਰ ਜਗ੍ਹਾ ਦੇ ਉੱਤੇ ਜਿਨ੍ਹਾਂ ਅੰਮ੍ਰਿਤਧਾਰੀ ਸਿੰਘਾਂ ਦੇ ਕਿਰਪਾਨ ਧਾਰਨ ਕੀਤੀ ਹੁੰਦੀ ਹੈ, ਉਹਨਾਂ ਨੂੰ ਦਿੱਕਤਾਂ ਆਉਂਦੀਆਂ ਨੇ। ਮਨੁੱਖ ਨੂੰ ਜਿਸਲੇ ਕਿਸੇ ਨੇ ਕੋਈ ਕੜਾ ਵੱਡਾ ਪਾਇਆ, ਉਹ ਬੱਚੇ ਨੂੰ ਕਿਹਾ ਜਾ ਸਕਦਾ ਵੀ ਛੋਟਾ ਕੜਾ ਪਹਿਨ ਲਾ, ਪਰ ਜੇ ਤੁਸੀਂ ਬੈਨ ਕਰਦੇ ਆ ਤੇ ਮੈਂ ਸਮਝਦਾ ਇਹ ਸਿੱਖੀ ਦੇ ਵਿੱਚ ਸਿੱਧਾ ਹਮਲਾ ਹੀ ਆ। ਫਿਰ ਇਹ ਮੇਰਾ ਆਪਣੇ ਤੌਰ ਤੇ 4-5 ਸਾਲ ਤੋਂ ਲਗਾਤਾਰ ਇਹ ਯਤਨ ਆ ਕਿ ਸਿਰਪਾਓ ਦੀ ਪ੍ਰੋਪਰ ਤੌਰ ਦੇ ਉੱਤੇ ਕਿੱਦਾਂ ਮਿਲਣਾ, ਕਿਹਨੂੰ ਮਿਲਣਾ, ਉਹਦੀ ਇੱਕ ਗਾਈਡਲਾਈਨ ਹੋਣੀ ਚਾਹੀਦੀ ਆ। ਹੁਣ ਹੁੰਦਾ ਕੀ ਆ ਵੀ ਸਿਰਪਾਓ ਮਿਲਦੇ ਆ, ਪਿੱਛੇ ਗੱਡੀ ਦੇ ਸਿੱਟ ਦਿੰਦੇ ਆ ਜਾ ਕੇ, ਫਿਰ ਉਹਦਾ ਕੀ ਹਾਲ ਹੁੰਦਾ ਮੈਂ ਉਹਦੇ ਬਾਰੇ ਕੁਝ ਬੋਲਣਾ ਨਹੀਂ ਚਾਹੁੰਦਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਕੌਮ ਦੀ ਇੱਕ ਸੰਸਥਾ ਆ ਤੇ ਸਾਡੇ ਬਜ਼ੁਰਗਾਂ ਨੇ ਬਹੁਤ ਵੱਡੀ ਘਾਲਣਾ ਘਾਲੀ, ਉਹਨਾਂ ਦੀ ਦੂਰ ਅੰਦੇਸ਼ੀ ਸੀ, ਨਹੀਂ ਤਾਂ ਅੱਜ ਪਿੰਡ ਤੱਕ ਦੇ ਗੁਰਦੁਆਰਿਆਂ ਦੇ ਵਿੱਚ ਬੜੀਆਂ ਧੜੇਬੰਦੀਆਂ ਚੱਲਦੀਆਂ। ਇਹਦੇ ਵਿੱਚ ਰਲ ਮਿਲ ਕੇ ਆਪਾਂ ਕੌਮ ਦਾ ਜਿਹੜਾ ਸਰਮਾਇਆ ਆ, ਉਹ ਅੱਜ ਦਾ ਜਿਹੜਾ ਯੂਥ ਆ ਜਿਹੜਾ ਵਿਦੇਸ਼ਾਂ ਨੂੰ ਜਾ ਰਿਹਾ, ਉਹਨਾਂ ਨੂੰ ਪ੍ਰੇਰਨਾ ਕਰੀਏ। ਤੁਸੀਂ ਦੇਖ ਰਹੇ ਪ੍ਰਾਈਮ ਏਸ਼ੀਆ ਟੀਵੀ। ਮੈਂ ਹਾਂ ਜਸਵਿੰਦਰ ਸਿੰਘ ਬਿੱਟਾ। ਸਿੱਖਾਂ ਦੀ ਸਰਮੌਰ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਿਛਲੇ ਦਿਨੀ ਅੰਤਰਿੰਗ ਕਮੇਟੀ ਦੀ ਇੱਕ ਮੀਟਿੰਗ ਕੀਤੀ ਗਈ। ਸੰਗਤ ਬਹੁਤ ਜ਼ਿਆਦਾ ਵੱਧ ਰਹੀ ਹੈ ਤੇ ਸੰਗਤ ਦੀ ਆਮਦ ਨੂੰ ਮੁੱਖ ਰੱਖਦਿਆਂ ਹੋਇਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਵਿਸ਼ੇਸ਼ ਪ੍ਰਬੰਧ ਕੀਤੇ ਜਾ ਰਹੇ ਨੇ। ਇਸੇ ਸੰਦਰਭ ਦੇ ਵਿੱਚ ਦੂਜੇ ਪਾਸੇ ਪੰਥਕ ਇਕੱਤਰਤਾ ਵੀ 3 ਮਈ ਨੂੰ ਸੱਦੀ ਜਾ ਰਹੀ ਹੈ ਤੇ ਹੋਰ ਵੀ ਸਿੱਖਾਂ ਦੇ ਬਹੁਤ ਸਾਰੇ ਮਸਲੇ ਨੇ, ਜਿਨ੍ਹਾਂ ਦੇ ਸੰਦਰਭ ਦੇ ਵਿੱਚ ਅੱਜ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਧਾਮੀ ਨੂੰ ਸੱਦਾ ਦਿੱਤਾ ਹੈ ਤੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਤੇ ਉਹਨਾਂ ਨਾਲ ਕਰਾਂਗੇ ਅੱਜ ਖੁੱਲੀਆਂ ਗੱਲਾਂ। ਸੋ ਸਭ ਤੋਂ ਪਹਿਲਾਂ ਤਾਂ ਸਰਦਾਰ ਹਰਜਿੰਦਰ ਸਿੰਘ ਧਾਮੀ ਨੂੰ ਅਸੀਂ ਸਵਾਗਤ ਕਰਦੇ ਹਾਂ। ਸੋ ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਮਿਹਰਬਾਨੀ, ਸ਼ੁਕਰੀਆ ਤੁਹਾਡਾ, ਤੁਸੀਂ ਦਰਸ਼ਨ ਦਿੱਤੇ। ਪ੍ਰਧਾਨ ਜੀ, ਬੇਨਤੀ ਸਭ ਤੋਂ ਪਹਿਲਾਂ ਇਹ ਹੈ ਕਿ ਪਿਛਲੇ ਦਿਨੀ ਤੁਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਅੰਤਰਿੰਗ ਕਮੇਟੀ ਦੀ ਮੀਟਿੰਗ ਕੀਤੀ ਹੈ ਔਰ ਸੰਗਤ ਦੀ ਵੱਧ ਰਹੀ ਆਮਦ ਨੂੰ ਲੈ ਕੇ ਕੁਝ ਅਹਿਮ ਫੈਸਲੇ ਲਏ ਗਏ ਨੇ, ਉਹ ਸੰਗਤ ਨੂੰ ਜ਼ਰੂਰ ਦੱਸਿਓ ਜੀ। ਦੇਖੋ, ਜਿਹੜੀ ਪਿਛਲੀ ਅੰਤਰ ਕਮੇਟੀ ਦੀ ਮੀਟਿੰਗ ਹੋਈ ਸੀ ਉਹਦੇ ਵਿੱਚ ਕਿਉਂਕਿ ਆਮਦ ਜਿਹੜੇ ਆਮ ਸ਼ਰਧਾਲੂ ਆ ਜੀ ਸ੍ਰੀ ਹਰਿਮੰਦਰ ਸਾਹਿਬ ਜੀ ਦੇ, ਉਹ ਬਹੁਤ ਵੱਧ ਗਈ ਆ ਜੀ। ਉਹਦੇ ਵਿੱਚ ਫਿਰ 100 ਤੋਂ ਬਹੁਤ ਸਾਰੇ ਜਿਨ੍ਹਾਂ ਨੂੰ ਪੰਜਾਬ ਦੇ ਕਲਚਰ ਬਾਰੇ ਘੱਟ ਜਾਣਕਾਰੀ ਉਹ ਵੀ ਆਉਂਦੇ ਆ ਜੀ, ਤੇ ਇਕੱਲੇ ਦੀ ਫਿਰ ਤਲਾਸ਼ੀ ਵੀ ਨਹੀਂ ਲਈ ਜਾ ਸਕਦੀ। ਬਿਲਕੁਲ। ਕਈ ਵਾਰੀ ਕੋਈ ਨਸ਼ੀਲੀ ਚੀਜ਼ ਅੰਦਰ ਲੈ ਕੇ ਚਲ ਜਾਂਦਾ, ਉਹ ਸਮੱਸਿਆ ਆਉਂਦੀ ਸੀ ਜੀ। ਇਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਯਤਨ ਕੀਤਾ ਕਿ ਅਸੀਂ ਇਹ ਸਕੈਨਿੰਗ ਦੇ ਤੌਰ ਦੇ ਉੱਤੇ ਆਪਾਂ ਸਾਡੇ ਅਕਾਲ ਤਖਤ ਵਾਲੇ ਪਾਸੇ, ਘੰਟਾ ਘਰ ਵਾਲੇ ਪਾਸੇ ਤੇ ਸਰਾਵਾਂ ਵਾਲੇ ਪਾਸੇ ਲਾਤੇ ਜਾਣ ਜੀ, ਜਿਹਦਾ ਅਸੀਂ ਹਾਲੇ ਦੇਖ ਰਹੇ ਵੀ ਉਹ ਕਿਹੜੇ ਢੰਗ ਨਾਲ ਲਾਏ ਜਾਣੇ ਆ ਤੇ ਕਿਵੇਂ ਉਹਦੀ ਜਿਹੜੀ ਆ ਵਰਤੋਂ ਕੀਤੀ ਜਾਣੀ ਆ ਜੀ। ਸੋ ਇਹ ਇਤਰਾਜ਼ ਜੋ ਕੁਝ ਸਮਾਂ ਪਿੱਛੇ ਆਈਟਮਾਂ ਫੜ ਹੁੰਦੀਆਂ ਰਹੀਆਂ, ਇਸ ਕਰਕੇ ਉਹਦਾ ਸ਼ੁਰੂਆਤ ਕੀਤੀ ਆ ਜੀ। ਦੂਜੀ, ਅਸੀਂ
ਕਿਉਂਕਿ ਲੰਮੇ ਸਮੇਂ ਤੋਂ ਲੋਕਾਂ ਦੀ ਇਹ ਮੰਗ ਸੀ ਜੀ ਕਿ ਪੰਜਾਬ ਦੇ ਵਿੱਚ ਜੀ ਬੜੇ ਕ੍ਰਿਸਚੀਅਨ ਬਣ ਰਹੇ ਆ, ਪਰ ਮੈਂ ਉਹਨੂੰ ਧਰਮ ਪਰਿਵਰਤਨ ਨਹੀਂ ਕਹਿੰਦਾ ਹੁੰਦਾ, ਮੈਂ ਤਾਂ ਉਹਨੂੰ ਕਹਿੰਦਾ ਵੀ ਲਾਲਚ ਪਰਿਵਰਤਨ ਆ ਜੀ। ਤੇ ਅਸੀਂ ਇਹ ਧਰਮ ਪ੍ਰਚਾਰ ਕਮੇਟੀ ਨੇ ਐਸਾ 1 ਮਈ ਤੋਂ ਜੀ ਇਹ ਫੈਸਲਾ ਅਸੀਂ ਕੀਤਾ ਵੀ ਹਰ ਇੱਕ ਹਲਕੇ ਦੇ ਵਿੱਚ ਇੱਕ ਅੰਮ੍ਰਿਤ ਸੰਚਾਰ ਸ਼੍ਰੋਮਣੀ ਕਮੇਟੀ ਦੇ 120 ਹਲਕਿਆਂ ਦੇ ਵਿੱਚ ਜੀ ਤੇ ਨਾਲ ਇੱਕ ਕੀਰਤਨ ਦਰਬਾਰ ਜੀ। ਤੇ ਉਹਦੇ ਵਿੱਚ ਹਲਕੇ ਦੇ ਵਿੱਚ ਅਸੀਂ ਵੱਖ-ਵੱਖ 3 ਜ਼ੋਨ ਜਿਹੜੇ ਸਾਡੇ ਹੈਗੇ ਆ, ਦੁਆਬਾ, ਮਾਝਾ ਤੇ ਮਾਲਵਾ, ਉਹਦੀਆਂ ਵੱਖ-ਵੱਖ ਡੇਟਾਂ ਫਿਕਸ ਕਰਿਆ ਕਰਾਂਗੇ। ਹਰ ਇੱਕ ਹਲਕੇ 'ਚ ਇੱਕ ਵੱਡਾ ਕੀਰਤਨ ਦਰਬਾਰ ਤੇ ਅੰਮ੍ਰਿਤ ਸੰਚਾਰ ਕੀਤਾ ਜਾਊਗਾ ਤੇ ਇਹ ਨਿਰੰਤਰ ਹੀ ਜਾਰੀ ਰਹਿਣਗੇ ਤਾਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਧਰਮ ਪ੍ਰਚਾਰ ਵਿੰਗ ਪਹਿਲਾਂ ਵੀ ਬਹੁਤ ਕੰਮ ਕਰ ਰਿਹਾ, ਉਹਨੂੰ ਹੋਰ ਚੁਸਤ ਦਰੁਸਤ ਕੀਤਾ ਜਾ ਰਿਹਾ ਜੀ। ਪ੍ਰਧਾਨ ਜੀ, ਅੰਮ੍ਰਿਤ ਸੰਚਾਰ ਔਰ ਕੀਰਤਨ ਸਮਾਗਮ ਦੀ ਤੁਸੀਂ ਗੱਲ ਕੀਤੀ ਹੈ। ਇਸ ਤੋਂ ਇਲਾਵਾ ਪਿਛਲੇ ਦਿਨੀ ਤੁਸੀਂ ਦਿੱਲੀ ਵੀ ਜਾ ਕੇ ਆਏ ਹੋ ਔਰ ਸਿੱਖ ਕਮਿਸ਼ਨ ਜਿਹੜੇ ਬਣਾਏ ਸਨ, ਹਾਪੜ ਹੋਇਆ, ਦਿੱਲੀ ਹੋਇਆ, ਉਸ ਨੂੰ ਵੀ ਤੁਸੀਂ ਚੁਸਤ ਦਰੁਸਤ ਕਰ ਰਹੇ ਹੋ। ਉਹ ਕੀ ਪ੍ਰਕਿਰਿਆ ਹੈਗੀ ਹੈ ਤੇ ਮੌਜੂਦਾ ਸਮੇਂ ਦਿੱਲੀ ਦੀ ਸੰਗਤ ਵੀ ਪਹਿਲੀ ਬੱਸ ਮੇਰੇ ਖਿਆਲ ਆ ਗਈ, ਜਿਹੜੀ ਤੁਸੀਂ ਬੱਸ ਦੀ ਸੇਵਾ ਸ਼ੁਰੂ ਕੀਤੀ ਹੋਈ ਹੈ? ਦੇਖੋ, ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 13 ਮਿਸ਼ਨ ਆ ਜੀ, ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ 15 ਮੈਂਬਰ ਕੋਆਪਟ ਕੀਤੇ ਜਾਂਦੇ ਆ। ਉਹ ਜਿਹੜੇ 15 ਮੈਂਬਰ ਆ ਉਹ ਵੱਖ-ਵੱਖ ਸਟੇਟਾਂ ਚੋਂ ਆਉਂਦੇ ਆ ਜੀ। ਤੇ ਜਿਹੜੇ ਸਾਡੇ 13 ਮਿਸ਼ਨ ਆ, ਅਸੀਂ 13 ਮਿਸ਼ਨਾਂ ਦੇ ਵਿੱਚ ਜਿਹੜਾ ਸਾਡਾ ਵੱਡਾ ਮਿਸ਼ਨ ਉਹ ਦਿੱਲੀ ਆ ਜੀ। ਭਾਵੇਂ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਆਪਣਾ ਉੱਥੇ ਸਾਰਾ ਸੰਗਠਨ ਆ ਜੀ, ਪਰ ਮੈਨੂੰ ਪਿਛਲੇ ਸਮੇਂ ਦੌਰਾਨ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਕੋਆਪਟ ਕੀਤਾ ਗਿਆ, ਨੋਮੀਨੇਸ਼ਨ ਕੀਤੀ ਗਈ ਇੱਥੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ, ਤੇ ਮੇਰਾ ਮੁੱਢਲਾ ਫਰਜ਼ ਵੀ ਬਣਦਾ ਤੇ ਮੈਂ ਇਹ ਵੀ ਤੁਹਾਡੇ ਧਿਆਨ ਦੇ ਵਿੱਚ ਲਿਆ ਦਿਆਂ ਕਿ ਲਗਭਗ ਪਿਛਲੇ 4-4.5 ਮਹੀਨੇ ਦੇ ਵਿੱਚ ਜੀ 28905 ਪ੍ਰਾਣੀਆਂ ਨੇ ਅੰਮ੍ਰਿਤ ਛਕਿਆ। ਇਹ ਸਿੱਖ ਮਿਸ਼ਨ ਦੇ ਰਾਹੀਂ? ਨਹੀਂ, ਸਾਰੇ ਟੋਟਲ ਪੰਜਾਬ ਦੇ ਵਿੱਚ ਤੇ ਮਿਸ਼ਨਾਂ ਦੇ ਵਿੱਚ। ਤੇ ਉਹਨਾਂ ਮਿਸ਼ਨਾਂ ਦੇ ਵਿੱਚ ਹਰ ਇੱਕ ਮਿਸ਼ਨ ਨੇ ਆਪਣੀ ਸਟੇਟ ਦੇ ਵਿੱਚ ਆਪਣੀ ਕਾਰਵਾਈ ਪਾਈ ਆ। ਸੋ ਮੈਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਹੋਣ ਦੇ ਨਾਤੇ ਤੇ ਪ੍ਰਧਾਨ ਹੋਣ ਦੇ ਨਾਤੇ, ਕਿਉਂਕਿ ਉੱਥੇ ਦਿੱਲੀ ਕਮੇਟੀ ਦੀਆਂ ਤੇ ਦਿੱਲੀ ਦੇ ਲੋਕਾਂ ਦੀਆਂ ਕਈ ਵਾਰੀ ਸ਼ਿਕਾਇਤਾਂ ਹੁੰਦੀਆਂ ਸੀ, ਸਾਡੇ ਕਮਰੇ ਨਹੀਂ ਬੁੱਕ ਹੁੰਦੇ, ਜਿਹੜੀ ਕਿ ਗਲਤ ਸੀ। ਸੋ ਅਸੀਂ ਹੁਣ ਉੱਥੇ ਹੀ ਸਾਰੀ ਕੰਪਿਊਟਰ ਲਾਤੇ ਆ, ਉੱਥੇ ਸਾਰਾ ਉਹਦਾ ਪ੍ਰਬੰਧ ਕਰ ਦਿੱਤਾ ਗਿਆ। ਉਹਦੇ ਨਾਲ ਦੀ ਨਾਲ ਫਿਰ ਅਸੀਂ 2 ਬੱਸਾਂ ਵੀ ਉੱਥੇ ਲਾ ਦਿੱਤੀਆਂ, ਜਿਹੜੀਆਂ ਅੱਜ ਇੱਕ ਬੱਸ ਉੱਥੋਂ ਸਵੇਰੇ ਰਵਾਨਾ ਹੋ ਕੇ ਆ ਗਈ ਕੱਲ। ਸੋ ਇਹ ਸਾਡਾ ਯਤਨ ਹੈ ਵੀ ਸਾਰੇ ਮਿਸ਼ਨ ਜਿਹੜੇ ਪੰਜਾਬ ਤੋਂ ਬਾਹਰ ਹੈ ਉਹਨਾਂ ਨੂੰ ਵੀ ਚੁਸਤ ਦਰੁਸਤ ਕੀਤਾ ਜਾਵੇ। ਜੰਮੂ ਕਸ਼ਮੀਰ ਵਾਲਾ ਸਾਡਾ ਉਹ ਵੀ ਚੁਸਤ ਦਰੁਸਤ ਆ, ਸਾਰੇ ਆਂਧਰਾ ਤੱਕ, ਸਾਰੇ ਕਠਮੰਡੂ ਦੇ ਵਿੱਚ ਵੀ ਸਾਡਾ ਇੱਕ ਮਿਸ਼ਨ ਹੈ, ਉਹ ਸਾਰੇ ਜਿਹੜੇ ਆ ਉਹਨਾਂ ਦੀ ਚੁਸਤ ਦਰੁਸਤੀ ਕਰਨੀ ਸ਼੍ਰੋਮਣੀ ਕਮੇਟੀ ਦਾ ਮੁੱਢਲਾ ਫਰਜ਼ ਹੈ। ਬਿਲਕੁਲ, ਤੁਸੀਂ ਸਿੱਖ ਮਿਸ਼ਨ ਦੀ ਗੱਲ ਕੀਤੀ ਹੈ, ਅੰਮ੍ਰਿਤ ਸੰਚਾਰ ਤੇ ਕੀਰਤਨ ਸਮਾਗਮ ਦੀ ਗੱਲ ਕੀਤੀ ਹੈ। ਪ੍ਰਧਾਨ ਜੀ, ਕੁਝ ਮੈਂਬਰਾਂ ਵੱਲੋਂ ਇਸ ਤਰ੍ਹਾਂ ਦੀ ਪਰਸੈਪਸ਼ਨ ਪੇਸ਼ ਕੀਤੀ ਜਾ ਰਹੀ ਹੈ ਕਿ ਸਿੱਖ ਰੈਫਰੈਂਸ ਲਾਇਬ੍ਰੇਰੀ ਦਾ ਜਿਹੜਾ ਵਡਮੁੱਲਾ ਖਜ਼ਾਨਾ ਔਰ ਇਸ ਤੋਂ ਇਲਾਵਾ ਜਿਹੜੇ 328 ਸਰੂਪ ਲਾਪਤਾ ਹੋਏ ਸਨ, ਉਹਦੇ ਬਾਰੇ ਦੇ ਵਿੱਚ ਬਹੁਤ ਕੂੜ ਪ੍ਰਚਾਰ ਹੋ ਰਿਹਾ ਹੈ। ਉਹਦੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵਜੋਂ ਕਿੰਨੇ ਕੁ ਤੁਸੀਂ ਚਿੰਤਤ ਹੋ ਤਾਂ ਕੀ ਉਹ ਕਾਰਵਾਈ ਹੁਣ ਤੱਕ ਸਪਸ਼ਟੀਕਰਨ ਕੀ ਹੈਗਾ ਜੇ ਸੰਗਤ ਨੂੰ ਸਮਝਾਉਣਾ ਹੋਵੇ ਤਾਂ? ਦੇਖੋ, ਜਿਹੜੀ 328 ਸਰੂਪਾਂ ਦੀ ਗੱਲ ਆ, ਉਹ ਜਿੱਦਣ 328 ਸਰੂਪਾਂ ਦੀ ਆਈ ਗੱਲ ਚੱਲੀ ਸੀ ਤੇ ਗਿਆਨੀ ਮਾਨ ਸਿੰਘ ਤੇ ਮੇਰੀ ਸਬ ਕਮੇਟੀ ਬਣੀ, ਅਸੀਂ ਉਹਦੇ ਵਿੱਚ ਇੱਕੋ ਹੀ ਮੀਟਿੰਗ ਕੀਤੀ ਸੀ। ਇੱਕ ਮੀਟਿੰਗ ਤੋਂ ਇਲਾਵਾ ਫਿਰ ਮੁੜ ਕੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਇੱਕ ਰਿਟਾਇਰਡ ਜੱਜ ਤੇ ਨਾਲ ਹੋਰ ਇੱਕ ਲਾ ਕੇ ਵਕੀਲ, ਉਹਦੀ ਜਿਹੜੀ ਆ ਉਹ ਕਮਿਸ਼ਨ ਗਠਨ ਕੀਤਾ ਗਿਆ ਸੀ। ਉਹ ਕਮਿਸ਼ਨ ਦੇ ਵਿੱਚ ਜਿਹੜੇ ਹਾਈ ਕੋਰਟ ਦੇ ਸਾਡੇ ਜੱਜ ਸੀ ਉਹ ਸਿਹਤ ਨਾ ਹੋਣ ਕਰਕੇ ਆਪਣਾ ਅਸਤੀਫਾ ਦੇ ਗਏ। ਬਿਲਕੁਲ। ਤੇ ਦੂਸਰੇ ਡਾਕਟਰ ਈਸਰ ਸਿੰਘ ਤੇ ਉਹਦੇ ਨਾਲ ਦਾ ਇੱਕ ਚਾਰਟਰਡ ਅਕਾਊਂਟੈਂਟ ਸੀ, ਇੱਕ ਸਾਡੇ ਵਕੀਲ ਸਾਹਿਬ ਸੀਗੇ ਜੀ। ਉਹਨਾਂ ਦੋਹਾਂ ਨੇ ਫਿਰ ਉਹ ਮਹੀਨੇ ਦੇ ਵਿੱਚ ਆਪਣੀ ਰਿਪੋਰਟ ਦਿੱਤੀ ਜੀ। ਉਹ ਰਿਪੋਰਟ ਦਾ ਫਿਰ ਸਾਨੂੰ ਅਕਾਲ ਤਖਤ ਵੱਲੋਂ ਡਾਇਰੈਕਸ਼ਨ ਹੋਈ ਕਿ ਤੁਸੀਂ ਇਹਦਾ ਜਿੰਨੇ ਵੀ ਉਹਨੇ ਦੋਸ਼ੀ ਪਾਏ ਗਏ 14 ਮੁਲਾਜ਼ਮ, ਇਹਨਾਂ ਦੇ ਖਿਲਾਫ ਕਾਰਵਾਈ ਕਰੋ। ਉਹ ਅਸੀਂ ਫਿਰ ਸਾਰੀ ਐਗਜ਼ੈਕਟਿਵ ਦੇ ਵਿੱਚ, ਉਦੋਂ ਮੈਂ ਜਨਰਲ ਸਕੱਤਰ ਸੀ, ਉਹ ਜਿੰਨੀ ਕੁ ਕਾਰਵਾਈ ਸਾਰੀ ਬਣਦੀ ਸੀ ਉਹ ਤੁਸੀਂ ਦੇਖਿਆ, ਸਾਰੇ ਕੋਈ ਸਸਪੈਂਡ ਕੀਤੇ, ਕੋਈ ਅਸੀਂ ਡਿਸਮਿਸ ਕੀਤੇ। ਕੁਛ ਡਾਕਟਰ ਸਰਦਾਰ ਹਰਚਰਨ ਸਿੰਘ ਦੀ ਡੈਥ ਹੋ ਗਈ, ਰੂਪ ਸਿੰਘ ਆਪਣਾ ਅਸਤੀਫਾ ਦੇ ਕੇ ਚਲੇ ਗਿਆ ਸੀ ਔਰ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਹੁਕਮ ਅਨੁਸਾਰ ਹੀ ਉਹ ਸਾਰੀ ਕਾਰਵਾਈ ਹੋਈ ਸੀ। ਔਰ ਅੱਜ ਮੈਨੂੰ ਇਹ ਕਹਿਣ ਦੇ ਵਿੱਚ ਅਫਸੋਸ ਆ ਕਿ ਉਹ ਕੇਵਲ ਜਿੰਨੀਆਂ ਵੀ ਜਥੇਬੰਦੀਆਂ ਉਹ 328 ਸਰੂਪਾਂ ਨੂੰ ਲਾਪਤਾ ਕਹਿ ਰਹੀਆਂ, ਜਦ ਕਿ ਲਾਪਤਾ ਨਹੀਂ। ਜਿਹੜੇ ਸਾਡੇ ਮੁੱਖ ਤੌਰ ਤੇ ਉਹਦੇ ਆਪਾਂ ਪਾਏ ਗਏ ਜਿਹੜੇ ਆਪਣੇ
ਕਹਿ ਲਓ ਵੀ ਜਿਨ੍ਹਾਂ ਦੀ ਨਿਗਲੀਜੈਂਸ ਹੋਈ ਉੱਥੇ, ਹੁਣ ਤਾਂ ਉਹ ਵੀ ਸਾਰੇ ਕਹਿ ਰਹੇ ਆ, ਚਾਹੇ ਬਾਜ ਸਿੰਘ ਆ, ਚਾਹੇ ਕਮਲਜੀਤ ਆ, ਚਾਹੇ ਗੁਰਬਚਨ ਸਿੰਘ ਆ, ਚਾਹੇ ਜੁਝਾਰ ਸਿੰਘ ਆ, ਭਈ ਸਰੂਪ ਕਿਤੇ ਲਾਪਤਾ ਨਹੀਂ ਹੋਏ, ਨਾ ਕੋਈ ਬੇਅਦਬੀ ਹੋਈ ਆ। ਹਾਂ ਇਹ ਠੀਕ ਆ ਵੀ ਉਹਦੇ ਵਿੱਚ ਇੱਕ ਨਿਗਲੀਜੈਂਸੀ ਰਹਿ ਗਈ ਇਹਨਾਂ ਦੀ, ਪਈ ਉਹ ਫੰਡਾਂ ਦੀ ਦੁਰਵਰਤੋਂ ਜ਼ਰੂਰ ਕਰ ਗਏ ਆ। ਸੋ ਇਸ ਕਰਕੇ ਮੈਂ ਸਮਝਦਾ 328 ਸਰੂਪਾਂ ਵਾਲੀ ਜਿਹੜੀ ਉਹ ਕਾਰਵਾਈ ਆ, ਉਹ ਅਕਾਲ ਤਖਤ ਦੇ ਹੁਕਮ ਦੇ ਅਨੁਸਾਰ ਜਿਹੜੀ ਕੀਤੀ ਗਈ ਆ ਤੇ ਵਾਜਬ ਆ। ਤੇ ਉਹਦਾ ਹੁਣ ਤਕਰੀਬਨ ਸਾਡੇ ਕੋਲ ਜਿਹੜੇ ਆਪਣੇ ਹਾਈ ਕੋਰਟ ਦੇ ਵਿੱਚੋਂ 4 ਮੁਲਾਜ਼ਮ ਜਿਹੜੇ ਸੀਗੇ, ਉਹਨਾਂ ਦੀ ਡਿਸਮਿਸਲ ਜਿਹੜੀ ਉਹਨਾਂ ਨੇ ਸੈਟੀਸਫਾਈਡ ਕਰਤੀ, ਉਹ ਮੁੜ ਕੇ ਅਸੀਂ ਸਸਪੈਂਡ ਕਰਕੇ ਉਹਨਾਂ ਦੀ ਸੁਣਵਾਈ ਕਰਾਂਗੇ। ਪ੍ਰੋਪਰ ਉਹਨਾਂ ਨੂੰ ਚਾਰਜ ਸ਼ੀਟ ਦਿੱਤੀ ਗਈ ਆ ਤੇ ਉਹਦਾ ਫਿਰ ਜਵਾਬ ਲੈ ਕੇ ਸਾਰੇ ਕੁਝ ਸਾਡੇ ਕੋਲ 2-3 ਮੁਲਾਜ਼ਮ ਜਿਨ੍ਹਾਂ ਦੇ ਵਿੱਚ ਸਕੱਤਰ ਸਰਦਾਰ ਮਨਜੀਤ ਸਿੰਘ ਆ, ਨਿਸ਼ਾਨ ਸਿੰਘ ਸਾਡੇ ਸੁਪਰਵਾਈਜ਼ਰ ਸੀ, ਉਹ ਸਾਰਿਆਂ ਦੀ ਵੀ ਸੁਣਵਾਈ ਇੱਕ ਅਸੀਂ ਕਮੇਟੀ ਬਣਾਤੀ ਆ। ਉਹ ਕਮੇਟੀ ਜਿਹੜੀ ਪਹਿਲਾਂ ਮੈਂ ਕਮੇਟੀ ਸੀਗਾ, ਹੁਣ ਕਮੇਟੀ ਨਵੀਂ ਬਣਾਤੀ, ਉਹ ਸਾਰਾ ਇਹਦਾ ਮੁਲਾਂਕਣ ਕਰੂਗੀ। ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵਿੱਤੀ ਸੰਕਟ ਦੀਆਂ ਖਬਰਾਂ ਜਿਹੜੀਆਂ ਨੇ ਉਹ ਮੀਡੀਆ 'ਚ ਆਉਂਦੀਆਂ ਨੇ। ਵਿਦਿਅਕ ਅਦਾਰੇ ਵੀ ਤੁਸੀਂ ਚਲਾਉਂਦੇ ਹੋ, ਮੈਡੀਕਲ ਕਾਲਜ ਵੀ ਚਲਾਉਂਦੇ ਹੋ, ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਧਾਰਮਿਕ ਕੰਮ ਹੈਗਾ, ਧਾਰਮਿਕ ਪ੍ਰਚਾਰ ਪ੍ਰਸਾਰ ਹੈਗਾ, ਉਹ ਵੀ ਤੁਸੀਂ ਇਸ ਤਰ੍ਹਾਂ ਚਲਾਉਂਦੇ ਹੋ। ਇੱਕ ਪਾਸੇ, ਦੂਜੇ ਪਾਸੇ ਸਕਾਲਰਸ਼ਿਪ ਜਿਹੜੀ ਹੈਗੀ ਹੈ ਵਿਦਿਅਕ ਅਦਾਰਿਆਂ ਦੇ ਵਿੱਚ, SGPC ਦੇ ਜਿਹੜੇ ਕਾਲਜ ਨੇ ਜਾਂ ਜਿਹੜੇ ਇੰਸਟੀਚਿਊਟ ਨੇ, ਉਹਨਾਂ ਦੇ ਵਿੱਚ ਸਕਾਲਰਸ਼ਿਪ ਦਾ ਪੈਸਾ ਦਾ ਵੀ ਖਬਰਾਂ ਆ ਰਹੀਆਂ ਨੇ। ਤੁਸੀਂ ਪਿੱਛੇ ਪਹੁੰਚ ਵੀ ਕੀਤੀ ਹੈ ਪੰਜਾਬ ਸਰਕਾਰ ਨੂੰ। ਪਹਿਲਾਂ ਤਾਂ ਵਿੱਤੀ ਸੰਕਟ ਦੀਆਂ ਜਿਹੜੀਆਂ ਖਬਰਾਂ ਆ ਰਹੀਆਂ, ਤਨਖਾਹਾਂ ਨਹੀਂ ਮਿਲ ਰਹੀਆਂ, ਕੀ ਸੱਚਾਈ ਇਹਨਾਂ 'ਚ? ਪਹਿਲਾਂ ਇੱਕ ਤੁਹਾਡਾ ਸਵਾਲ ਹੋ ਰਿਹਾ ਗਿਆ ਸੀ ਸਿੱਖ ਰੈਫਰੈਂਸ ਲਾਇਬ੍ਰੇਰੀ। ਹਾਂਜੀ, ਉਹ ਮੈਂ ਉਦੋਂ ਮੁੱਖ ਸਕੱਤਰ ਸੀਗਾ, ਅਸੀਂ ਕਮੇਟੀ ਬਣਾਈ ਸੀ ਸਾਰੀ। ਬਿਲਕੁਲ। ਉਹਦਾ ਅਸੀਂ ਹੁਣ ਜੁਲਾਈ ਦੇ ਵਿੱਚ ਹਾਈ ਕੋਰਟ ਦੇ ਵਿੱਚ ਉਹਦਾ ਜਵਾਬ ਵੀ ਦੇ ਰਹੇ ਹਾਂ। ਉਹ ਜਿਹੜੀ ਕਮੇਟੀ ਦੀ ਰਿਪੋਰਟ ਹੈ ਉਹ ਵੀ ਨਸ਼ਰ ਕਰਾਂਗੇ ਕਿ ਕਿੰਨਾ ਸਮਾਨ ਸਾਨੂੰ ਆਇਆ, ਕਿੰਨਾ ਜਿਹੜਾ ਹੈ ਉਹ ਸਮਾਨ ਸਾਰਾ ਲਾਪਤਾ ਹੋ ਚੁੱਕਾ, ਤਾਂ ਕਿ ਲੰਬੇ ਸਮੇਂ ਤੋਂ ਜਿਹੜਾ ਇਹ ਮੰਗ ਉੱਠ ਰਹੀ ਸੀ ਵੀ ਕਿੱਥੇ ਗਏ ਔਰ ਕੀਮਤੀ ਸਾਡਾ ਸਮਾਨ ਕਿੱਥੇ ਗਿਆ, ਉਹ ਸਾਰਾ ਅਸੀਂ ਆਉਂਦੇ ਜੁਲਾਈ ਦੇ ਵਿੱਚ ਉਹਦੀ ਜਵਾਬ ਦੇ ਕੇ ਹਾਈ ਕੋਰਟ ਦੇ ਵਿੱਚ ਜਿਹੜਾ ਆ ਉਹ ਸਾਰਾ ਕਰ ਦਿਆਂਗੇ। ਦੂਜਾ ਜਿਹੜਾ ਵਿੱਤੀ ਸੰਕਟ ਤੁਸੀਂ ਐਜੂਕੇਸ਼ਨ ਅਦਾਰਿਆਂ ਦੀ ਕੀਤੀ ਆ, ਸਾਰੇ ਪੰਜਾਬ ਦੇ ਵਿੱਚ ਸ਼੍ਰੋਮਣੀ ਕਮੇਟੀ ਨੇ, ਬਾਕੀ ਸਾਰੇ ਵੀ ਅਦਾਰੇ, ਬਿਲਕੁਲ, ਚਾਹੇ ਉਹ ਪ੍ਰੋਫੈਸ਼ਨਲ ਕਾਲਜ ਆ, ਚਾਹੇ ਡਿਗਰੀ ਕਾਲਜ ਆ, ਜਾਂ ਪ੍ਰਾਈਵੇਟ ਯੂਨੀਵਰਸਿਟੀਆਂ, ਉਹਨਾਂ ਦੇ ਵਿੱਚ ਬੜੀ ਵੱਡੀ ਖੜੋਤ ਆ ਗਈ ਕਰੋਨਾ ਕਰਕੇ ਵੀ। ਉਹ ਖੜੋਤ ਦਾ ਕਾਰਨ ਵੱਡਾ ਇਹ ਹੋਇਆ ਕਿ ਇੱਕ ਤਾਂ ਮਾਈਗ੍ਰੇਸ਼ਨ ਬਹੁਤ ਵੱਡੇ ਪੱਧਰ ਤੇ ਬੱਚੇ ਜਿਹੜੇ ਆ ਆਈਲੈਟਸ ਕਰਕੇ ਪਹਿਲਾਂ ਤਾਂ ਪ੍ਰੋਫੈਸ਼ਨਲ ਕੋਰਸ ਕਰਕੇ ਜਾਂਦੇ ਸੀ, ਹੁਣ +2 ਤੋਂ ਬਾਅਦ ਹੀ ਚਲ ਜਾਂਦੇ ਆ। ਤੇ ਉਹ ਤੋਂ ਇਲਾਵਾ ਤਕਰੀਬਨ ਕੋਵਿਡ ਨੇ ਸਾਨੂੰ 19 ਤੋਂ ਲੈ ਕੇ 21 ਤੱਕ, ਕਿਉਂਕਿ ਲੌਂਗ ਟਰਮ ਉਹਦਾ ਜਿਹੜਾ ਆ ਉਹ ਪ੍ਰਭਾਵ ਰਿਹਾ। ਉਹ ਪ੍ਰਭਾਵ ਇਸ ਕਰਕੇ ਰਿਹਾ, ਇੱਕ ਤਾਂ ਬੱਚੇ ਆਨਲਾਈਨ ਸੀਗੇ, ਉਹ ਜਿਹੜੇ ਸਕੂਲ ਕਾਲਜ ਪੜ੍ਹਦੇ ਸੀ ਉੱਥੇ ਪੜ੍ਹਦੇ ਰਹੇ। ਸੈਕੰਡ, ਸਾਡੇ ਜਿਹੜੇ ਤਕਰੀਬਨ ਮਾਲੀ ਸੋਰਸ ਆ ਉਹ ਆਉਂਦੇ ਗੁਰਦੁਆਰਾ ਸਾਹਿਬ ਦੀਆਂ ਗੋਲਕਾਂ ਤੋਂ। ਉਹ ਸਾਨੂੰ ਤਕਰੀਬਨ 5% ਫੰਡ ਆਉਂਦਾ, ਤੇ ਜਾਂ ਆਪਣੀ ਨਹੀਂ ਗੁਰਦੁਆਰਾ ਸਾਹਿਬ ਦੀ ਕੋਈ ਗੋਲਕ ਹੋਈ ਤੇ ਉਹਦੇ ਵਿੱਚੋਂ ਫਿਰ ਸਾਨੂੰ ਫੰਡ ਕੀ ਆਉਣੇ ਸੀ। ਇੱਕ ਤਾਂ ਇਹ ਵੱਡਾ ਘਾਟਾ ਪਿਆ। ਦੂਜਾ ਇੱਕ ਸਾਨੂੰ ਵੱਡਾ ਘਾਟਾ ਮੈਂ ਕਹਿ ਲਵਾਂ, ਜਿਹੜਾ SC ਸਕਾਲਰਸ਼ਿਪ ਜਿਹੜਾ ਸਰਕਾਰ ਸਾਨੂੰ ਦਿੰਦੀ ਆ, ਉਹ ਬੜੇ ਲੰਬੇ ਅਰਸੇ ਦਾ ਬੰਦ ਆ। ਹੁਣ ਥੋੜਾ ਆਇਆ ਸੀਗਾ, ਪਰ ਕਿਉਂਕਿ ਉਹ ਬੱਚਿਆਂ ਦੇ ਆਨਲਾਈਨ ਅਕਾਊਂਟ ਦੇ ਵਿੱਚ ਪੈਸੇ ਪੈ ਜਾਂਦੇ ਆ। ਸੋ ਉਹ ਜਿਹੜਾ ਮੈਂ ਤੁਹਾਨੂੰ ਇਹ ਵੀ ਅੱਜ ਦੇ ਇਸ ਤੁਹਾਡੀ ਪ੍ਰੈਸ ਦੇ ਰਾਹੀਂ ਮੈਂ ਤੁਹਾਨੂੰ ਇਹ ਵੀ ਇੱਕ ਖੁਸ਼ਖਬਰੀ ਦੇਣੀ ਚਾਹੁੰਦਾ ਕਿ ਅਸੀਂ 3 ਤਰੀਕ ਨੂੰ ਸਮੁੱਚੇ ਤੌਰ ਦੇ ਉੱਤੇ ਕਾਲਜਾਂ ਦੇ ਤੇ ਸਕੂਲਾਂ ਦੇ ਪ੍ਰਿੰਸੀਪਲਾਂ ਸਾਹਿਬਾਂ ਨਾਲ ਮੀਟਿੰਗ ਕਰ ਰਹੇ ਹਾਂ 3 ਮਈ ਨੂੰ, ਔਰ ਅਸੀਂ ਉਹ ਸਾਰਾ ਮੁਲਾਂਕਣ ਕੀਤਾ ਵੀ ਕਿੰਨੇ ਕੁ ਪੈਸੇ ਜਿਹੜੇ ਸਾਨੂੰ ਦੇਣਦਾਰੀ ਆ ਉਹ, ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਮੈਨੂੰ ਇਹ ਵੀ ਤਰਸ ਹੁੰਦਾ ਵੀ 2-2 ਰੁਪਏ 10-10 ਰੁਪਏ ਗੁਰੂ ਦੀ ਗੋਲਕ ਦੇ ਵਿੱਚੋਂ ਆਉਂਦੇ ਆ, ਇਹ ਐਵੇਂ ਨਾ ਚੱਲ ਜਾਣ। ਪਰ ਕਈ ਵਾਰੀ ਵਿਰੋਧੀ ਨੂੰ ਬੜਾ ਵੱਡਾ ਮਸਲਾ ਬਣਾ ਲੈਂਦੇ ਆ, ਜਦ ਕਿ ਉਹਨਾਂ ਨੂੰ ਆਪ ਵੀ ਪਤਾ, ਉਹ ਆਪ ਵੀ ਅਦਾਰੇ ਚਲਾਉਂਦੇ ਆ ਕਿ ਘਾਟੇ ਦਾ ਹੁਣ ਸਿਸਟਮ ਕਿਉਂ ਚੱਲਿਆ। ਤੇ ਅਸੀਂ ਤਕਰੀਬਨ, ਮੈਂ ਵਾਅਦੇ ਨਾਲ ਕਹਿ ਸਕਦਾ, ਅਸੀਂ ਉਹ ਜਿਹੜੀਆਂ ਪਿਛਲੀਆਂ ਤਨਖਾਹਾਂ ਵਾਲਾ ਸਾਰਾ ਜਿਹੜਾ ਆ ਉਹ ਕਾਰਜ ਸਮੇਟਾਂਗੇ। ਤੇ ਇਹਦੇ ਵਿੱਚ ਮੈਂ ਆਸ ਵੀ ਰੱਖਦਾ ਕਿ ਜਿਹੜੇ ਸਾਡੇ ਸਕੂਲ ਤੇ ਕਾਲਜ ਆ, ਉਹਨਾਂ ਪ੍ਰਿੰਸੀਪਲ ਸਾਹਿਬ ਵੀ ਉਹ ਵੀ ਆਪਣੀਆਂ ਤਵੱਕੋਂ ਦੇਣ। ਕ੍ਰਿਸ਼ਨ ਕੁਮਾਰ ਜੀ ਜਿਹੜੇ ਸਾਡੇ ਇਹਨਾਂ ਦੇ ਐਜੂਕੇਸ਼ਨ ਦੇ ਸੈਕਟਰੀ ਰਹੇ ਪੰਜਾਬ ਸਰਕਾਰ ਦੇ, ਉਹ ਤਾਂ 10% ਦੀ ਗਰੋਥ ਲੈਂਦੇ ਹਰ ਸਕੂਲ ਦੇ ਵਿੱਚੋਂ, ਕਾਲਜ ਦੇ ਵਿੱਚੋਂ, ਸਕੂਲ ਚੋਂ। ਤੇ ਅਸੀਂ ਇਹਨਾਂ ਨੂੰ ਵੀ ਹੁਣ ਪ੍ਰਿੰਸੀਪਲ ਸਾਹਿਬਾਨਾਂ ਨੂੰ ਵੀ ਬੇਨਤੀ ਕੀਤੀ ਵੀ ਤੁਸੀਂ ਵੀ ਇਹ ਸਕੂਲਾਂ ਦੇ ਵਿੱਚ ਸਟਰੈਂਥ ਵਧਾਉਣ ਲਈ ਆਪਣੇ ਯਤਨ ਜਾਰੀ ਕਰੋ, ਤਾਂ ਕਿ ਤੁਹਾਡੀਆਂ ਤਨਖਾਹਾਂ ਦੇ ਵਿੱਚ ਕੋਈ ਖੜੋਤ ਨਾ ਆਵੇ। ਇੱਕ ਕਲੀਅਰ ਕਰਿਓ ਸੰਗਤ ਨੂੰ, ਭੰਬਲ ਭੂਸਾ ਬੜਾ ਹੈਗਾ, ਤੁਸੀਂ ਕਲੀਅਰ ਕਰ ਸਕਦੇ ਹੋ ਕਿਉਂਕਿ ਤੁਸੀਂ ਸਮਰੱਥ ਅਥਾਰਟੀ ਹੋ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਵਿਦਿਅਕ ਅਦਾਰੇ ਨੇ, ਕੀ ਉਹਨਾਂ ਦੀ ਜਿਹੜਾ ਰੈਵਨਿਊ ਹੈ ਜਾਂ ਉਹਨਾਂ ਦੇ ਜਿਹੜੇ ਖਰਚੇ ਨੇ ਜਾਂ ਉਹਨਾਂ ਦੀ ਆਮਦਨ ਹੈ,
ਉਹ ਉੱਥੇ ਹੀ ਲਾਈ ਜਾਂਦੀ ਹੈ ਜਾਂ ਗੋਲਕ ਦੇ ਵਿੱਚੋਂ ਵੀ ਕੋਈ ਪੈਸਾ ਲੱਗਦਾ ਜੀ? ਦੇਖੋ ਐਤਕੀ ਦਾ ਜਿਹੜਾ ਸਾਡਾ ਬਜਟ ਸੀ ਜੀ, ਕਿਉਂਕਿ ਸਾਡੇ ਕੋਲ ਕੁਝ ਗ੍ਰਾਂਟ ਐਂਡ ਏਡ ਦੇ ਕਾਲਜ ਆ, ਕੁਝ ਸਾਡੇ ਸੈਲਫ ਫਾਈਨੈਂਸਿੰਗ ਕਾਲਜ ਆ। ਜੀ, ਐਤਕੀ ਦੀ ਸਾਡੇ ਤਕਰੀਬਨ 182 ਕਰੋੜ ਉਹਨਾਂ ਦੀ ਆਮਦਨ ਆਉਣੀ ਫੀਸਾਂ ਤੋਂ ਤੇ ਹੋਰ ਨਾ ਮਾਲੀ ਸੋਰਸਾਂ ਤੋਂ, ਤੇ ਜਦ ਕਿ ਸਾਡੀ ਦੇਣਦਾਰੀ ਜਿਹੜੀ ਆ ਉਹ 223 ਕਰੋੜ ਰੁਪਈਆ ਆ। ਜੀ, ਸੋ ਮੇਰਾ ਕਹਿਣ ਤੋਂ ਭਾਵ 23 ਤੇ ਫਿਰ 18 ਜੀ, ਤਕਰੀਬਨ ਇਹ 41 ਕਰੋੜ ਰੁਪਈਆ ਬਣ ਜਾਂਦਾ। ਜੀ, ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੂਲ ਕਮਾਉਂਦੇ ਆ ਉਹ ਸਾਰਾ ਗ੍ਰਾਂਟ ਇਨ ਏਡ ਵਾਲੇ ਦਾ ਉਹਨਾਂ ਦੀਆਂ ਪੋਸਟਾਂ ਦੀ ਤਨਖਾਹ ਬਣ ਕੇ ਸਰਕਾਰ ਨੂੰ ਜਾਂਦੀ ਆ। ਪਰ ਜਿਹੜੇ ਸੈਲਫ ਫਾਈਨੈਂਸਿੰਗ ਦੇ ਆ ਉਹਦੇ ਵਿੱਚ ਕਿਉਂਕਿ ਦਫਾ 85 ਦੇ ਜਿਹੜੇ ਸਾਡੇ ਵੱਡੇ ਗੁਰਦੁਆਰੇ ਸਾਹਿਬਾਨ ਉਹ ਵੀ ਸਾਰੇ ਨਹੀਂ, ਉਹ ਕੁਛ ਹੀ ਆ ਜਿਹੜਾ ਫੰਡ ਪੂਰਾ ਕਲੀਅਰ ਕਰਦੇ, ਕਿਉਂਕਿ 5% ਅਸੀਂ ਵਿਦਿਆ ਫੰਡ ਲੈਂਦੇ ਆ। ਉਹ ਕੁਛ ਅਦਾਰੇ ਆ ਜਿਹੜੇ ਉਹ ਸਾਡਾ ਪੂਰਾ ਕਰਦੇ, ਬਾਕੀ ਅਦਾਰੇ ਦਾ 5% ਵੀ ਦੇਣ ਜੋਗੇ ਨਹੀਂ, ਜਿਹੜੇ ਕੋਈ C ਕੈਟਾਗਰੀ ਦੇ ਗੁਰਦੁਆਰੇ, B ਕੈਟਾਗਰੀ ਦੇ ਗੁਰਦੁਆਰੇ ਆ। ਸੋ ਅਸੀਂ ਯਤਨ ਕਰਦੇ ਆ ਕਿ ਗੁਰੂ ਕੀ ਗੋਲਕ ਦਾ ਜਿਹੜਾ ਪੈਸਾ ਆ ਉਹਦੀ ਕਿਸੇ ਪਾਸੋਂ ਵੀ ਦੁਰਵਰਤੋਂ ਨਾ ਹੋਵੇ, ਐਜੂਕੇਸ਼ਨ ਦੇ ਸਿੱਧੇ ਪ੍ਰਬੰਧ ਵਿੱਚ ਲੱਗੇ। ਬਿਲਕੁਲ ਪ੍ਰਧਾਨ ਜੀ, ਪਿਛਲੇ ਦਿਨੀ ਤੁਸੀਂ ਦਿੱਲੀ ਦੇ ਵਿੱਚ ਵੀ ਕਾਫੀ ਸਰਗਰਮ ਰਹੇ ਔਰ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਿਹੜੇ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਉਹ ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਦੇ ਉੱਤੇ, ਕਾਰਗੁਜ਼ਾਰੀ ਦੇ ਉੱਤੇ ਕੁਝ ਟਿੱਪਣੀਆਂ ਕਰ ਰਹੇ ਨੇ, ਇਹਨਾਂ ਨੂੰ ਕਿਵੇਂ ਦੇਖਦੇ ਹੋ? ਦੇਖੋ ਮੇਰੇ ਸਰਦਾਰ ਹਰਮੀਤ ਸਿੰਘ ਕਾਲਕਾ ਮੇਰਾ ਛੋਟਾ ਭਰਾ ਆ ਜੀ, ਬਤੌਰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਦੇ ਤੌਰ ਦੇ ਉੱਤੇ ਮੈਂ ਕਿਸ ਭਾਵਨਾ ਨਾਲ ਗਿਆ ਸੀ, ਮੇਰੀ ਸਿਰਫ ਭਾਵਨਾ ਇੱਕੋ ਹੀ ਸੀ, ਸਿਰਫ ਧਰਮ ਪ੍ਰਚਾਰ ਦੀ। ਜੀ, ਜਿਹੜੀ ਉਹਨਾਂ ਨੇ ਫਿਰ ਉਹਦਾ ਰਿਪਲਾਈ ਦਿੱਤਾ ਕਿ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਪੰਜਾਬ ਦੇ ਵਿੱਚ ਬੜੀ ਵੱਡੀ ਧਰਮ ਪਰਿਵਰਤਨ ਹੋ ਰਿਹਾ, ਜੀ, ਕ੍ਰਿਸਚੀਅਨ ਲੋਕ ਬਣ ਰਹੇ, ਉੱਥੇ ਇਹਨੂੰ ਆਪਣਾ ਜ਼ੋਰ ਦੇਣਾ ਚਾਹੀਦਾ, ਤੇ ਦਿੱਲੀ ਦੇ ਵਿੱਚ ਆ ਕੇ ਦਫੇੜ ਪਾ ਰਿਹਾ। ਮੈਂ ਆਪਣੇ ਛੋਟੇ ਵੀਰ ਨੂੰ ਕਹਿਣਾ ਚਾਹੁੰਦਾ, ਮੈਂ ਕੋਈ ਦਫੇੜ ਨਹੀਂ ਪਾ ਰਿਹਾ, ਮੈਂ ਤੁਹਾਡਾ ਸਹਿਯੋਗੀ ਹਾਂ, ਭਰਾ ਤੁਹਾਡਾ ਬਣ ਕੇ ਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਗੋਂ ਆਓ ਰਲ ਮਿਲ ਕੇ ਆਪਾਂ ਉੱਥੇ ਵੀ ਜਗਾ ਕਰੀਏ ਸਾਰਾ। ਤੇ ਮੈਂ ਇਹਨਾਂ ਨੂੰ ਵੀ ਬੇਨਤੀ ਕੀਤੀ ਸੀ ਵੀ ਇਹ ਜੇ ਤੁਸੀਂ ਪੰਜਾਬ ਆਉਣਾ ਚਾਹੁੰਦੇ ਆ, ਜੇ ਤੁਸੀਂ ਮਤਲਬ ਮਨ ਦੇ ਵਿੱਚ ਇਹਦਾ ਦਰਦ ਰੱਖਦੇ ਆ ਤੇ ਪੰਜਾਬ ਦੇ ਵਿੱਚ ਵੀ ਆਓ, ਜੀ ਆਏ ਆ, ਤੁਹਾਨੂੰ ਕੋਈ ਤਰਕ ਨਹੀਂਗਾ, ਕੋਈ ਬਹਿਸ ਨਹੀਂਗੀ, ਕੋਈ ਮਨ ਦੇ ਵਿੱਚ ਇਦਾਂ ਦਾ ਬਲਬਲਾ ਨਾ ਰੱਖੋ, ਕਿਉਂਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਧਾਰਮਿਕ ਇੱਕ ਵੱਡਾ ਅਦਾਰਾ ਤੇ ਸ਼੍ਰੋਮਣੀ ਕਮੇਟੀ ਵੀ ਧਾਰਮਿਕ ਅਦਾਰਾ ਵੱਡਾ, ਕਿਉਂਕਿ 1925 ਦਾ ਬਣਿਆ, ਉਹ 1973 ਦੇ ਵਿੱਚ ਬਣਿਆ। ਸੋ ਮੈਂ ਤਾਂ ਉਹਨਾਂ ਦਾ ਸਹਿਯੋਗੀ ਹਾਂ, ਉਹਨਾਂ ਤੋਂ ਸਹਿਯੋਗ ਦੇਣ ਤੇ ਸਹਿਯੋਗ ਲੈਣ, ਪਰ ਨਫ਼ਰਤ ਭਰੀਆਂ ਗੱਲਾਂ ਜਿਹੜੀਆਂ ਉਹ ਫਿਰ ਠੀਕ ਨਹੀਂ ਲੱਗਦੀਆਂ, ਖਾਸ ਕਰਕੇ ਧਾਰਮਿਕ ਬੰਦਿਆਂ ਨੂੰ। ਬਿਲਕੁਲ ਪ੍ਰਧਾਨ ਜੀ, ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ 3 ਮਈ ਨੂੰ ਇੱਕ ਪੰਥਕ ਇਕੱਤਰਤਾ ਰੱਖੀ ਗਈ ਹੈ, ਉਸ ਦੀਆਂ ਕੀ ਤਿਆਰੀਆਂ ਨੇ? ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਕੋਈ ਸਿੱਖ ਜਥੇਬੰਦੀਆਂ ਨੂੰ ਸੱਦਾ ਪੱਤਰ ਭੇਜ ਰਹੀ ਹੈ ਤੇ ਉਹਦਾ ਮਕਸਦ ਕੀ ਹੈਗਾ ਜੀ? ਦੇਖੋ ਪਿਛਲੇ ਦਿਨੀ ਸਰਦਾਰ ਸਮਿੰਦਰ ਸਿੰਘ ਇੱਕ USA ਤੋਂ, ਜਿਨ੍ਹਾਂ ਦੇ ਉੱਤੇ ਪਹਿਲਾਂ ਇੱਕ ਐਲੀਗੇਸ਼ਨ ਲੱਗਦਾ ਸੀ ਕਿ ਉਹ ਚਾਈਨਾ ਤੋਂ ਸਰੂਪ ਛਪਾ ਕੇ ਲਿਆਉਂਦੇ ਆ ਜੀ, ਉਹਨਾਂ ਦੇ ਖਿਲਾਫ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਰਚਾ ਵੀ ਦਰਜ ਕਰਵਾਇਆ ਕਿਉਂਕਿ ਉਹ ਵਿਦੇਸ਼ ਦੇ ਵਿੱਚ ਰਹਿੰਦੇ ਆ। ਤੇ ਹੁਣ ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਇੱਕ ਯਤਨ ਕੀਤਾ ਜਿਹਦੇ ਵਿੱਚ ਉਹਨਾਂ ਨੇ ਕੰਨਾਂ ਮਾਤਰ ਬਿੰਦੀਆਂ ਆਦਿਕ ਜਿਹੜੇ ਆ ਉਹ ਆਪਣੇ ਵੱਲੋਂ ਲਾ ਕੇ ਨਵੇਂ ਸਰੂਪ ਛਾਪਣ ਦਾ ਯਤਨ ਕੀਤਾ ਗਿਆ ਤੇ ਉਹਨੇ ਵੈਬਸਾਈਟ ਤੇ ਵੀ ਪਾ ਦਿੱਤਾ। ਜਿਉਂ ਉਹ ਸਾਡੇ ਕੰਨਾਂ 'ਚ ਵੀ ਪਈ, ਦੇਖੀ ਅਸੀਂ ਵੀ ਅੱਖਾਂ ਦੇ ਨਾਲ, ਸਿੰਘ ਸਾਹਿਬਾਂ ਨੇ ਵੀ ਦੇਖੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਜਨਰਲ ਹਾਊਸ ਦੇ ਵਿੱਚ ਮਤਾ ਪਾਇਆ, ਕਿਉਂਕਿ ਗੁਰ ਕੀ ਬਾਣੀ ਧੁਰ ਕੀ ਬਾਣੀ ਆ, ਇਹਦੇ ਉੱਤੇ ਕੋਈ ਵੀ ਬੰਦਾ ਕਿਸੇ ਪੱਖ ਤੋਂ ਵੀ ਕੋਈ ਅੱਖਰ ਵੱਧ ਘੱਟ ਨਹੀਂ ਕਰ ਸਕਦਾ। ਉਹ ਆਪਾਂ ਨੂੰ ਵੀ ਚੇਤੇ ਰੱਖਣਾ ਚਾਹੀਦਾ ਕਿ ਬਾਬਾ ਰਾਮ ਰਾਏ ਜੀ ਨੂੰ ਕਿਵੇਂ ਸਤਿਗੁਰੂ ਜੀ ਨੇ ਸਜ਼ਾ ਦਿੱਤੀ ਸੀ। ਸੋ ਉਹ ਫਿਰ ਨੋਟਿਸ ਲੈਂਦੇ ਹੋਏ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਉਹਨਾਂ ਨੂੰ ਨੋਟਿਸ ਜਾਰੀ ਕੀਤਾ ਗਿਆ ਤੇ 30 ਅਪ੍ਰੈਲ ਤੱਕ ਉਹਨਾਂ ਨੂੰ ਕਿਹਾ ਆਪਣਾ ਜਵਾਬ ਦਿਓ ਜੀ। ਉਹ ਮੇਰਾ ਖਿਆਲ ਸ਼ਾਇਦ ਜਵਾਬ ਦੇਣ 'ਚ ਸਮਰੱਥ ਆ, ਉਦਾਂ ਅਖਬਾਰਾਂ 'ਚ ਤਾਂ ਖਬਰਾਂ ਲਾਈ ਜਾਂਦੇ ਆ ਜੀ। ਤੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਨੇ ਉਹ ਮੀਟਿੰਗ ਸੱਦੀ ਆ ਜਿਹੜੀ 3 ਮਈ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਹੋਊਗੀ ਤੇ ਸਾਰੀਆਂ ਜਥੇਬੰਦੀਆਂ ਨੂੰ ਉਹਨੇ ਸੱਦਾ ਦਿੱਤਾ ਕਿ ਉਹਦੇ ਵਿੱਚ ਆ ਕੇ ਆਪਣਾ ਜਿਹੜਾ ਆ ਕੋਈ ਵੀ ਸੁਝਾਅ ਆ ਉਹ ਦਿੱਤਾ ਜਾਵੇ, ਤਾਂ ਕਿ ਮੇਰਾ ਆਪਣਾ ਵੀ ਮੰਨਣਾ ਆ ਇਹ ਜੇ ਆਪਾਂ ਇਸ ਛੇੜਛਾੜ ਨੂੰ ਕਿਸੇ ਪੱਖ ਤੋਂ ਵੀ ਕੋਈ ਕਿਸੇ ਨੂੰ ਮਿਲ ਗਈ ਛੋਟ ਤੇ ਮੇਰਾ ਖਿਆਲ ਆ ਫਿਰ ਤਾਂ ਸਾਡਾ ਮੁੱਢਲਾ ਸਰਮਾਇਆ ਜਿਹੜਾ ਸਿੱਖੀ ਦਾ ਧੁਰਾ ਜਿੱਥੋਂ ਹਰ ਇੱਕ ਮਨੁੱਖ ਸੇਧ ਲੈਂਦਾ ਉਹ ਤਾਂ ਫਿਰ ਬਹੁਤ ਵੱਡਾ ਉਹਦੇ 'ਚ ਨੁਕਸਾਨ ਹੋ ਜਾਊਗਾ ਜੀ। ਸੋ ਅਕਾਲ ਤਖਤ ਦੇ ਜਥੇਦਾਰ ਸਾਹਿਬ ਜੀ ਨੇ ਉਹ ਸੱਦੀ ਆ ਮੀਟਿੰਗ ਤੇ ਜਿਹਦੇ ਸਾਰੀਆਂ ਜਥੇਬੰਦੀਆਂ ਨੂੰ ਖੁੱਲ੍ਹਾ ਸੱਦਾ ਦਿੱਤਾ ਗਿਆ। ਇੱਕ ਸਿੱਖ ਪ੍ਰਚਾਰਕ ਜਗਤਾਰ ਸਿੰਘ ਤਰਕ ਦਿੰਦੇ ਨੇ ਕਿ ਥਮਿੰਦਰ ਸਿੰਘ ਆਨੰਦ ਨੇ ਜਿਹੜੀ PDF ਪਾਵਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੀ ਅਪਲੋਡ ਕੀਤੀ ਹੈ, ਉਹ ਕਹਿੰਦੇ ਸਾਨੂੰ ਹੁਣ ਨਹੀਂ ਦਿਖਾਈ ਦੇ ਰਹੀ। ਤੇ ਨਾਲ ਹੀ ਇੱਕ ਤਰਕ ਹੋਰ ਦਿੰਦੇ ਪ੍ਰਧਾਨ ਜੀ, ਸ਼ਾਇਦ ਤੁਸੀਂ ਵੀ ਉਹ ਸੁਣਿਆ ਹੋਵੇ, ਉਹ ਕਹਿੰਦੇ ਆ ਕਿ ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਵਦੰਤੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਿਹੜੇ ਜਥੇਦਾਰ ਹੋਏ ਨੇ
ਉਹਨਾਂ ਨੇ ਇਹ ਜਿਹੜਾ ਉਲੱਥਾ ਹੈਗਾ ਹੈ, ਉਹ ਸਾਰਾ ਗੁਰਬਾਣੀ ਦਾ ਉਹਨਾਂ ਨੂੰ ਦਿੱਤਾ ਸੀ, ਥਮਿੰਦਰ ਸਿੰਘ ਆਨੰਦ ਨੂੰ। ਤੇ ਇਹਦੇ 'ਚ ਕੀ ਗਲਤ ਹੈਗਾ? ਦੇਖੋ, ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਜੀ, ਉਹਨਾਂ ਨੂੰ ਬਦਾਂਤੀ ਦਾ ਵੀ ਦਿੱਤਾ ਗਿਆ ਰੁਤਬਾ ਜੀ, ਕਿਉਂਕਿ ਮਾਹਰ ਸੀ, ਵੇਦਾਂ ਦੇ ਮਾਹਰ ਸੀ ਜੀ। ਪਰ ਹਰ ਇੱਕ ਬੰਦਾ ਜਿਹੜਾ ਆ ਉਸ ਤਰਲ ਤੇ ਨਹੀਂ ਜਾ ਸਕਦਾ ਜਿਸ ਤਰਲ ਦੇ ਉੱਤੇ ਗੁਰੂ ਸਾਹਿਬ ਜੀ ਦਾ, ਆਪਣਾ ਸਤਿਗੁਰੂ ਜੀ ਦਾ, ਜਿਸ ਗੁਰੂ ਸਾਹਿਬ ਜੀ ਨੇ ਜਿਸ ਤਰਕ ਤੇ ਆ ਕੇ ਪਵਿੱਤਰ ਗੁਰਬਾਣੀ, ਤਰਕ ਨਾ ਮੈਂ ਕਹਿ ਲਵਾਂ, ਪ੍ਰੋਪਰ ਸ਼ਬਦ ਨਹੀਂਗਾ, ਧੁਰ ਕੀ ਬਾਣੀ ਅਕਾਲ ਪੁਰਖ ਦੀ, ਸਤਿਗੁਰੂ ਜੀ ਦੀ ਪਵਿੱਤਰ ਗੁਰਬਾਣੀ ਹੈ। ਤੇ ਬਦਾਂਤੀ ਸਾਹਿਬ ਦੇ ਵਿੱਚ ਵੀ ਕੋਈ ਹੋ ਸਕਦਾ ਜਿਹੜੀਆਂ ਉਹਨਾਂ ਨੇ ਕੀਤੀਆਂ, ਉਹ ਅਥਾਰਟੀ ਤਾਂ ਹੈ ਨਹੀਂ ਪੂਰੀ। ਤੇ ਸਾਡੀਆਂ ਅਥਾਰਟੀਆਂ ਤਕਰੀਬਨ ਜਿਹੜੀਆਂ ਉਹ ਪੁਰਾਤਨ ਵੇਲੇ ਵੀ ਤੇ ਹੁਣ ਵੀ ਸਾਡੇ ਕੋਲ ਬਹੁਤ ਵੱਡਾ ਸਰਮਾਇਆ ਪਿਆ, ਉਹ ਹੈਗੀ ਆ ਸਾਡੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੀ ਹੱਥ ਲਿਖਤ ਜੀ, ਧੰਨ ਧੰਨ ਬਾਬਾ ਮਨੀ ਸਿੰਘ ਜੀ, ਉਹਨਾਂ ਵਾਲੀ ਬੀੜ ਪਈ ਆ ਉੱਥੇ ਆਪਣੇ ਹਜੂਰ ਸਾਹਿਬ ਵਿਖੇ। ਸੋ ਮੈਂ ਸਮਝਦਾ ਇਹ ਤਾਂ ਇੱਕ ਬਹਾਨਾ ਘੜਿਆ ਜਾ ਰਿਹਾ, ਉਹ ਬਹਾਨਾ ਕਿਉਂਕਿ ਕਿਸੇ ਵੇਲੇ ਬਦਾਂਤੀ ਜੀ ਤੇ ਜਥੇਦਾਰ ਜੋਗਿੰਦਰ ਸਿੰਘ ਜੀ ਤਲਵਾੜਾ, ਉਹਨਾਂ ਨੂੰ ਇਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜਿਹੜੇ ਕੋ ਹੱਥ ਲਿਖਤ ਸਰੂਪ ਆਉਂਦੇ ਸੀ ਉਹਨਾਂ ਦਾ ਮੁਲਾਂਕਣ ਕੀਤਾ ਸੀ। ਤੇ ਦੂਜਾ, ਕਈ ਵਾਰੀ ਵਿਆਕਰਨ ਦੀ ਵੱਖਰੀ ਆਪਾਂ ਕਿਤਾਬ ਬਣਾ ਦਿੰਦੇ ਆ, ਸੋ ਉਹਦਾ ਇੱਕ ਆੜ ਲੈ ਕੇ ਮੇਰਾ ਖਿਆਲ ਆ ਉਹ ਖਵਾੜਾ ਚਲਾਉਣ ਜਾ ਰਿਹਾ, ਉਹ ਠੀਕ ਨਹੀਂ, ਵਾਜਬ ਨਹੀਂ ਗੱਲ ਜੀ। ਦੂਜੇ ਪਾਸੇ ਸਰਦਾਰ ਸੁਖਦੇਵ ਸਿੰਘ ਢੀਂਡਸਾ ਜਿਹੜੇ ਅਕਾਲੀ ਆਗੂ ਨੇ, ਉਹ ਕਹਿੰਦੇ ਨੇ ਕਿ ਥਮਿੰਦਰ ਸਿੰਘ ਆਨੰਦ ਨੂੰ ਤਾਂ ਤੁਸੀਂ ਨੋਟਿਸ ਕਰ ਰਹੇ ਹੋ ਜਾਂ ਬੁਲਾ ਰਹੇ ਹੋ ਜਾਂ ਇਹਦੀ ਚਰਚਾ ਕਰ ਰਹੇ ਹੋ, ਉਹ ਨਾਲ ਹੀ ਉਹ ਕਹਿੰਦੇ ਆ ਕਿ ਬੇਅਦਬੀ ਦੇ ਦੋਸ਼ੀਆਂ ਨੂੰ ਵੀ ਤਲਬ ਕੀਤਾ ਜਾਣਾ ਚਾਹੀਦਾ ਸੀ, ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਸਿੱਖ ਜਥੇਬੰਦੀਆਂ ਦੇ ਸਾਹਮਣੇ ਉਹਨਾਂ ਨੂੰ ਵੀ ਲਿਆਉਣਾ ਚਾਹੀਦਾ ਸੀ, ਤਾਂ ਜੋ ਪਤਾ ਲੱਗ ਸਕੇ ਕਿ ਕਿੱਥੇ ਉਣਤਾਈਆਂ ਰਹਿ ਗਈਆਂ। ਦੇਖੋ, ਜਿਹੜਾ ਥਮਿੰਦਰ ਸਿੰਘ ਵਾਲਾ ਮਸਲਾ ਆ, ਉਹਨੂੰ ਇਸ ਮਸਲੇ ਦੇ ਨਾਲ ਨਹੀਂ ਜੋੜਿਆ ਜਾਣਾ ਚਾਹੀਦਾ, ਕਿਉਂਕਿ ਇਹ ਮਸਲਾ ਪਵਿੱਤਰ ਗੁਰਬਾਣੀ ਦਾ ਆ ਜੀ। ਜਿਹੜੀ ਬੇਅਦਬੀ 328 ਸਰੂਪਾਂ ਦੀ ਕਰਦੇ ਆ, ਉਹ ਮੇਰਾ ਖਿਆਲ ਹੈ ਜਿੰਨਾ ਕੁ ਪੱਖ ਸਾਰਾ ਸਪਸ਼ਟ ਹੋ ਚੁੱਕਾ ਹੁਣ ਤੱਕ ਦਾ, ਕਿ ਨਾ ਬੇਅਦਬੀ ਆ, ਨਾ ਉਹ ਸਰੂਪ ਕਿਸੇ ਵੇਸੜੇ ਥਾਂ ਗਏ ਆ, ਉਹ ਕੇਵਲ ਤਾਂ ਕੇਵਲ ਜਿਹੜਾ ਇੱਕ ਮਿਸ ਆਪਰੀਪੇਸ਼ਨ ਆਫ ਦੈਟ ਫੰਡਸ ਹੋਈ ਆ ਸਾਰੀ, ਉਹਦੇ ਵਿੱਚ ਠੱਗੀ ਠੋਰੀ ਉਹਨਾਂ ਨੇ ਮਾਰੀ ਆ ਸਾਰਿਆਂ ਨੇ। ਸੋ ਮੈਂ ਢੀਂਡਸਾ ਸਾਹਿਬ ਵੀ ਸੁਹਿਰਦ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਲੰਬਾ ਅਰਸਾ ਸਾਡੇ ਆਪਣੇ ਲੀਡਰ ਆ ਸਤਿਕਾਰਤ, ਉਹਨਾਂ ਨੂੰ ਵੀ ਮੈਂ ਬੇਨਤੀ ਕਰਦਾ, ਗੱਲ ਸੁਲਝਾਉਣ ਦੀ ਕਰੀਏ, ਗੱਲ ਅਲਝਾਉਣ ਦੀ ਨਾ ਕਰੀਏ, ਕਿਉਂਕਿ ਇਹ ਕੇਵਲ ਤਾਂ ਕੇਵਲ ਪਵਿੱਤਰ ਗੁਰਬਾਣੀ ਦੇ ਨਾਲ ਸੰਬੰਧਿਤ ਆ। ਠੀਕ ਆ, ਹਰ ਇੱਕ ਸਿੱਖ ਦਾ ਆਪਣਾ ਹਿਰਦਾ ਆ, ਪਰ ਉਸ ਹਿਰਦੇ ਦੀ ਵੇਦਨਾ ਜਿਹੜੀ ਆ ਰਾਜਨੀਤੀ ਰਾਹੀਂ ਪੂਰੀ ਨਾ ਕਰੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ, ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਅਰਦਾਸ ਕੀਤੀ ਗਈ, ਔਰ ਪਿਛਲੇ ਦਿਨੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਹਰਮੰਦਰ ਸਾਹਿਬ ਵਿਖੇ ਮੱਥਾ ਵੀ ਟੇਕ ਕੇ ਗਏ, ਔਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨਾਲ ਮੁਲਾਕਾਤ ਵੀ ਕਰਕੇ ਗਏ। ਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਤੁਸੀਂ ਵੀ ਅਮਿਤ ਸ਼ਾਹ ਗ੍ਰਹਿ ਮੰਤਰੀ ਨਾਲ ਗੱਲਬਾਤ ਦੀ ਅਪਰੋਚ ਕੀਤੀ ਹੈ, ਅੱਜ ਤੁਸੀਂ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਵੀ ਪਾਏ ਨੇ, ਕੀ ਹੋਪ ਲੱਗਦੀ ਹੈ, ਕੀ ਆਸ ਲੱਗਦੀ ਹੈ? ਦੂਜੇ ਪਾਸੇ ਮਨਜਿੰਦਰ ਸਿੰਘ ਬਿੱਟਾ ਕਹਿ ਰਹੇ ਹੈ ਕਿ ਮੇਰੀ ਜਿਹੜੀ ਰਿਟ ਪਟੀਸ਼ਨ ਹੈ ਭਾਈ ਦਵਿੰਦਰਪਾਲ ਸਿੰਘ ਭੁੱਲਰ ਦੇ ਨੂੰ ਰਿਹਾ ਕਰਨ ਦੇ ਸੰਬੰਧ ਵਿੱਚ, ਉਹ ਰੱਦ ਨਹੀਂ ਹੋਈ। ਦੇਖੋ, ਜਿਹੜੀ ਸਿੱਖ ਜਿਹੜੇ ਸਾਡੇ ਜੁਝਾਰੂ, ਉਹਨਾਂ ਦੀ ਰਿਹਾਈ ਦੇ ਸੰਬੰਧ ਵਿੱਚ ਸ਼੍ਰੀ ਅਮਿਤ ਸ਼ਾਹ ਜਦੋਂ ਸਾਡੇ ਜਥੇਦਾਰ ਸਿੰਘ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਮਿਲੇ ਜੀ, ਉਹਨਾਂ ਨੇ ਕੁਝ ਮੁੱਦੇ ਉਹਨਾਂ ਦੇ ਸਾਹਮਣੇ ਰੱਖੇ ਸੀ, ਜਿਨ੍ਹਾਂ ਮੁੱਦਿਆਂ ਦੇ ਵਿੱਚ ਮੇਨ ਕਰਕੇ ਕੁਝ ਸਾਡੇ 87 ਦੇ ਗੁਰਦੁਆਰਾ ਸਾਹਿਬਾਨ ਆ, ਉਹ ਦਫਾ 85 ਚ ਆਉਣੇ ਆ, ਉਹਦੀ ਮੰਗ ਰੱਖੀ ਸੀ। ਉਹਦੇ ਵਿੱਚ ਕੁਝ ਇਹ ਸਿੱਖ ਜਿਹੜੇ ਸਾਡੇ ਜੁਝਾਰੂ ਆ, ਭਾਈ ਦਵਿੰਦਰਪਾਲ ਸਿੰਘ ਜੀ, ਬਲਵੰਤ ਸਿੰਘ ਜੀ ਰਾਜੋਆਣਾ, ਭਾਈ ਜਗਤਾਰ ਸਿੰਘ ਜੀ ਹਵਾਰਾ, ਭਾਈ ਗੁਰਬਖਸ਼ ਸਿੰਘ ਜੀ, ਉਹ ਸਾਰੀ ਮੰਗ ਰੱਖੀ ਸੀ ਤੇ ਉਹਨੇ ਯਕੀਨ ਦਵਾਇਆ ਸੀ ਕਿ ਅਸੀਂ ਇਹਦੇ ਤੇ ਛੇਤੀ ਗੌਰ ਕਰਾਂਗੇ। ਤੇ ਕੁਝ ਜਿਹੜੇ ਮੇਰਾ ਖਿਆਲ ਆ 550ਵੇਂ ਸਾਲੇ ਸਤਿਗੁਰੂ ਜੀ ਦੇ ਪਵਿੱਤਰ ਪ੍ਰਕਾਸ਼ ਪੁਰਬ ਦੇ ਉੱਤੇ ਇਹਨਾਂ ਨੇ ਆਪ ਵੀ ਸੈਂਟਰ ਨੇ ਇਹ ਗੱਲ ਕੀਤੀ ਸੀ ਕਿ ਅਸੀਂ ਇਹਨਾਂ ਨੂੰ ਸੈਂਟੈਂਸ ਜਿਹੜਾ ਆ ਉਹ ਰਿਡਿਊਸ ਕਰ ਦਿੱਤਾ ਗਿਆ। ਰਾਜੋਆਣੇ ਸਾਹਿਬ ਦਾ ਡੈਥ ਸੈਂਟੈਂਸ ਤੋਂ ਲਾਈਫ ਇੰਪ੍ਰਿਜ਼ਨਮੈਂਟ ਕੀਤੀ, ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਦਾ ਰਿਹਾਈ ਕਰ ਦਿੱਤੀ ਸੀ ਇਹਨਾਂ ਨੇ। ਤੇ ਉਸੇ ਕੜੀ ਤਹਿਤ ਹੁਣ ਦੇਖੋ 2-3 ਸਾਲ ਹੋ ਚੁੱਕੇ ਆ, ਉਹਦੇ ਤਹਿਤ ਹੀ ਫਿਰ ਅਸੀਂ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ, ਕਿਉਂਕਿ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਪਵਿੱਤਰ ਗੁਰਬਾਣੀ ਦਾ ਕਥਨ ਵੀ ਆ ਤੇ ਜਿਲੇ ਸਾਰੇ ਹੀਲੇ ਵੀਲੇ ਖਤਮ ਹੋ ਜਾਣ ਫਿਰ ਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਨੀ ਚਾਹੀਦੀ ਆ। ਸੋ ਅੱਜ ਅਸੀਂ ਉਹ ਅਖੰਡ ਪਾਠ ਸਾਹਿਬ ਦੀ ਪਰੰਪਰਾ ਪਰਸੋਂ ਹੋਈ ਸੀ, ਅੱਜ ਭੋਗ ਪਾਏ ਗਏ ਆ ਤੇ ਅਰਦਾਸ ਵੀ ਕੀਤੀ, ਗੁਰੂ ਸਾਹਿਬ ਕਿਰਪਾ ਕਰਨ ਛੇਤੀ ਉਹ ਘਰਾਂ ਨੂੰ ਆਉਣ। ਜਿਹੜੀ ਬਿੱਟਾ ਜੀ ਦੀ ਪਟੀਸ਼ਨ ਆ, ਕਿਉਂਕਿ ਸੁਪਰੀਮ ਕੋਰਟ ਦੇ ਵਿੱਚ ਮੇਰਾ ਖਿਆਲ ਹੁਣ ਕੋਈ ਲਿਟੀਗੇਸ਼ਨ ਪੈਂਡਿੰਗ ਨਹੀਂ ਗਈ, ਉਹਨਾਂ ਦੀ ਆਪਣੀ ਕੋ ਹੋਊਗੀ ਮੈਂ ਕਹਿ ਨਹੀਂ ਸਕਦਾ, ਪਰ ਦਵਿੰਦਰਪਾਲ ਸਿੰਘ ਭੁੱਲਰ ਦਾ ਤਾਂ
ਕਿਉਂਕਿ ਸੈਂਟਰ ਸਰਕਾਰ ਨੇ 550ਵੇਂ ਪ੍ਰਕਾਸ਼ ਪੁਰਬ ਦੇ ਉੱਤੇ ਕਹਿ ਦਿੱਤਾ ਸੀ ਜੀ। ਸੋ ਅਸੀਂ ਉਸੇ ਮੰਗ ਨੂੰ ਮੁੱਖ ਰੱਖ ਕੇ ਅਸੀਂ ਇਹ ਜਿਹੜੀ ਮੰਗ ਤੇ ਨਾਲ ਹੀ ਹੋਮ ਮਿਨਿਸਟਰ ਸਾਹਿਬ ਜਿਹੜੇ ਸ਼੍ਰੀ ਅਮਿਤ ਸ਼ਾਹ ਜੀ ਉਹਨਾਂ ਨੂੰ ਵੀ ਅਸੀਂ ਹੁਣ ਇੱਕ ਚਿੱਠੀ ਸ਼ਾਰਟਲੀ ਫੇਰ ਲਿਖ ਰਹੇ ਹਾਂ ਜੀ ਤੇ ਉਹਦੇ ਵਿੱਚ ਜਾ ਕੇ ਸਾਡਾ ਡੈਪੂਟੇਸ਼ਨ ਜਿਹੜਾ ਆ ਉਹ ਮਿਲੂਗਾ ਤੇ ਇਸ ਗੱਲ ਦੀ ਮੰਗ ਵੀ ਰੱਖੂਗਾ ਵੀ ਜਿਹੜੇ ਤੁਸੀਂ ਵਾਅਦੇ ਕੀਤੇ ਆ ਉਹਨਾਂ ਨੂੰ ਪੂਰੇ ਕੀਤਾ ਜਾਵੇ ਜੀ। ਪ੍ਰਧਾਨ ਜੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਧਾਰਮਿਕ ਚੈਨਲ ਸ਼ੁਰੂ ਕਰਨ ਦੀ ਜਿਹੜੀ ਹੈ ਪ੍ਰਥਾ ਜਾਂ ਪ੍ਰਕਿਰਿਆ ਉਹ ਕਿੱਥੇ ਖੜੀ ਹੈ ਜੀ? ਕਿੰਨੇ ਕੁ ਟਾਈਮ ਲੱਗਦਾ ਉਹਦੇ ਵਿੱਚ? ਦੇਖੋ, ਇਹ ਜਿਹੜਾ ਚੈਨਲ ਚਲਾਉਣ ਦਾ ਮਸਲਾ ਜਦੋਂ ਇਹ ਚੈਨਲ ਸ਼ੁਰੂ ਹੋਇਆ ਸੀ ਉਸ ਵੇਲੇ ਕੁਝ ਹੋਰ ਚੈਨਲ ਵਾਲੇ ਉਹਨੇ ਵੀ ਯਤਨ ਕੀਤਾ ਪਰ ਨਹੀਂ ਚੱਲਿਆ ਜੀ। ਇਹ ਜਿਹੜਾ ਪੀਟੀਸੀ ਚੈਨਲ ਹੈ ਇਹਦੇ ਨਾਲ ਸਾਡਾ ਸਮਝੌਤਾ ਹੋਇਆ, ਐਗਰੀਮੈਂਟ ਹੋਇਆ, MOU ਸਾਈਨ ਹੋਇਆ। ਉਹਦੀ ਜਿਹੜੀ ਹੁਣ ਮਨਿਆਦ ਆ 2023 ਚ ਮੁੱਕ ਜਾਣੀ, ਪਰ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਜੀ ਨੇ ਉਹ ਇੱਕ ਸਾਨੂੰ ਡਾਇਰੈਕਸ਼ਨ ਦਿੱਤੀ ਕਿ ਤੁਸੀਂ ਛੇਤੀ ਇਹ ਜਿਹੜਾ ਆ ਇਹਨੂੰ ਆਪਣੇ ਚੈਨਲ ਨੂੰ ਚਾਲੂ ਕਰੋ। ਹੁਣ ਦੋ ਪਹਿਲੂ ਆ, ਇੱਕ ਤਾਂ YouTube ਵਾਲਾ YouTube ਵਾਲਾ ਮੇਰਾ ਖਿਆਲ ਸਾਰੇ ਥਾਂ ਦੇ ਉੱਤੇ ਨਹੀਂ ਪਹੁੰਚ ਸਕਦਾ ਜਿੱਥੇ ਇੰਟਰਨੈਟ ਦੀ ਸੁਵਿਧਾ ਨਹੀਂ ਗੀ, ਤੇ ਮੈਂ 5 ਮੈਂਬਰੀ ਸਬ ਕਮੇਟੀ ਬਣਾਤੀ ਆ ਜਿਸ ਰਘੂਜੀਤ ਸਿੰਘ ਜੀ ਬਿਰਕ, ਮੋਹਨ ਸਿੰਘ ਬੰਗੀ ਔਰ ਆਪਣੇ ਗਰੇਵਾਲ ਸਾਹਿਬ ਗੁਰਚਰਨ ਸਿੰਘ ਗਰੇਵਾਲ, ਸਰਦਾਰ ਸਰਵਣ ਸਿੰਘ ਕਲਾਰ ਔਰ ਸਰਦਾਰ ਕੁਲਵੰਤ ਸਿੰਘ ਮੰਨਣ, ਤੇ ਮੈਂ ਉਹਨਾਂ ਨੂੰ ਕਿਹਾ ਵੀ ਛੇਤੀ ਤੋਂ ਛੇਤੀ ਇਹ ਮੀਟਿੰਗ ਕਰਕੇ 2 ਮੀਟਿੰਗਾਂ ਉਹਨਾਂ ਦੇ ਚੰਡੀਗੜ੍ਹ ਹੋ ਵੀ ਚੁੱਕੀਆਂ, ਇਹ ਸਾਰਾ ਕਨਕਲੂਡ ਕਰਕੇ ਦਿਓ ਤਾਂ ਕਿ ਜਥੇਦਾਰ ਸਾਹਿਬ ਨੂੰ ਅਸੀਂ ਐਗਜ਼ੈਕਟਿਵ ਦੇ ਵਿੱਚੋਂ ਪਾਸ ਕਰਕੇ ਰਿਪੋਰਟ ਭੇਜ ਸਕੀਏ। ਇੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਿੱਦਿਆ ਔਰ ਧਰਮ ਦੇ ਪ੍ਰਚਾਰ ਪ੍ਰਸਾਰ ਲਈ ਤਾਂ ਬਹੁਤ ਉਪਰਾਲੇ ਕੀਤੇ ਜਾ ਰਹੇ ਨੇ। ਅੱਜ ਕੁਦਰਤੀ ਖੇਤੀ ਦਾ ਜ਼ਮਾਨਾ ਆ ਗਿਆ, ਵਾਤਾਵਰਨ ਬਹੁਤ ਪਲੀਤ ਹੋ ਰਿਹਾ ਹੈ। ਇਸ ਸੰਦਰਭ ਦੇ ਵਿੱਚ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੋਈ ਉਪਰਾਲੇ ਕੀਤੇ ਜਾ ਰਹੇ ਨੇ ਤਾਂ ਜੋ ਸਾਡਾ ਜਿਵੇਂ ਪਾਣੀ ਬਹੁਤ ਨੀਵਾਂ ਹੋ ਰਿਹਾ ਹੈ, ਪਾਣੀ ਪਲੀਤ ਹੋ ਰਿਹਾ ਹੈ, ਇਸ ਤਰ੍ਹਾਂ ਦੇ ਵੀ ਕੋਈ ਉਪਰਾਲੇ ਕੀਤੇ ਜਾ ਰਹੇ ਨੇ ਜਾਂ ਭਵਿੱਖ ਦੇ ਵਿੱਚ ਇਸ ਤਰ੍ਹਾਂ ਦੀਆਂ ਕੋਈ ਯੋਜਨਾਵਾਂ ਹਨ? ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿੰਨੇ ਸਾਡੇ ਸਕੂਲ ਕਾਲਜਸ ਆ, ਕਿਉਂਕਿ ਉਹਨਾਂ ਦੀਆਂ ਨਾਲ ਜਾਇਦਾਦਾਂ ਵੀ ਆ, ਅਸੀਂ ਉਹਨਾਂ ਨੂੰ ਵੀ ਡਾਇਰੈਕਸ਼ਨ ਦਿੱਤੀ ਆ ਕਿ ਤੁਸੀਂ ਵੱਧ ਤੋਂ ਵੱਧ ਦਰਖਤ ਲਾਉਣੇ ਆ। ਮੈਂ ਕੱਲ ਚੋਹਲਾ ਸਾਹਿਬ ਗੁਰਦੁਆਰੇ ਗਿਆ, ਆਪਣੇ ਗੁਰਦੁਆਰਾ ਸਾਹਿਬ ਵੀ ਗਿਆ ਤੇ ਕਾਲਜ ਦੇ ਵਿੱਚ ਵੀ ਧੰਨ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਨਾਂ ਤੇ ਖਾਲਸਾ ਕਾਲਜ ਚੱਲ ਰਿਹਾ, ਤੇ ਮੈਂ ਕੱਲ ਉਹਨਾਂ ਨੂੰ ਵੀ ਕਹਿ ਕੇ ਆਇਆ ਵੀ ਤੁਸੀਂ ਵੱਧ ਤੋਂ ਵੱਧ ਜਿਹੜੇ ਆ ਇੱਥੇ ਦਰਖਤ ਲਾਓ। ਔਰ ਜਿੱਥੇ ਸਾਡਾ ਯਤਨ ਪਹਿਲਾਂ ਵੀ ਰਿਹਾ ਕਿ ਆਰਗੈਨਿਕ ਤੌਰ ਦੇ ਉੱਤੇ ਕੁਝ ਸਾਡੀ ਖੇਤੀ ਸ਼ੁਰੂ ਵੀ ਹੋ ਗਈ ਸੀ, ਪਰ ਕੋਵਿਡ ਕਰਕੇ ਉਹਨਾਂ ਦੇ ਵਿੱਚ ਵੀ ਖੜੋਤਾਂ ਆ ਗਈਆਂ। ਸਾਡੇ ਆਪਣੇ ਫਾਜ਼ਿਲਕਾ ਸ਼੍ਰੀ ਹਰਿਮੰਦਰ ਸਾਹਿਬ ਜੀ ਦਾ ਆਪਣਾ ਫਾਰਮ ਹਾਊਸ ਆ, ਇੱਥੇ ਆਪਣੇ ਸਾਡੇ ਬੀੜ ਬਾਬਾ ਬੁੱਢਾ ਜੀ ਸਤਲਾਨੀ ਸਾਹਿਬ, ਇੱਥੇ ਵੀ ਸਾਡੀ ਜ਼ਮੀਨ ਆਪਣੀ ਹੈਗੀ ਤੇ ਉੱਥੋਂ ਆਉਂਦੀਆਂ ਵੀ ਸੀ ਲੰਗਰ ਦੀ ਰਸਤ ਲਈ। ਹਾਂ, ਤੇ ਉਹ ਤੋਂ ਇਲਾਵਾ ਵੀ ਕਿਉਂਕਿ ਹੁਣ ਸਮਾਂ ਇਵੇਂ ਦਾ ਆ ਗਿਆ ਕਿ ਕੱਲ ਤੱਕ ਤਾਂ ਲੋਕ ਆਪਾਂ ਕਹਿੰਦੇ ਸੀ ਵੀ ਭੁੱਖ ਨੂੰ, ਹੁਣ ਸ਼ਾਇਦ ਆਪਾਂ ਕਿਸੇ ਕੋ ਸਮਾਂ ਐਵੇਂ ਦਾ ਵੀ ਆ ਜਾਵੇ ਪਾਣੀ ਨੂੰ ਵੀ ਅਸੀਂ ਤਰਸ ਜਾਈਏ। ਬਿਲਕੁਲ ਜੀ। ਸੋ ਉਹਦੇ ਲਈ ਵੀ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਸੀਂ ਯਤਨ ਕਰਦੇ ਹਾਂ ਸਾਰੇ ਗੁਰਦੁਆਰਾ ਸਾਹਿਬਾਨਾਂ ਨੂੰ ਕਿ ਤੁਸੀਂ ਉਹ ਜਿਹਦੇ ਨਾਲ ਪਾਣੀ ਥੱਲੇ ਚਲਿਆ ਜਾਂਦਾ ਮੀਂਹ ਦਾ, ਉਵੇਂ ਦਾ ਯਤਨ ਕਰੋ ਤਾਂ ਕਿ ਇਹ ਜਿਹੜਾ ਪਾਣੀ ਦਾ ਲੈਵਲ ਜੇ ਤਿਬਕਾ ਹੋਊਗਾ ਤਾਂ ਘੜਾ ਭਰੂਗਾ ਜੀ। ਉਹਦੇ ਲਈ ਵੀ ਸਾਡੇ ਯਤਨ ਜਾਰੀ ਨੇ। ਪ੍ਰਧਾਨ ਸਾਹਿਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਈ ਥਾਵਾਂ ਦੇ ਉੱਤੇ ਤੁਹਾਡੇ ਨੋਟਿਸ ਵੀ ਆਉਣਾ ਹੈ ਕਿ ਏਅਰਪੋਰਟ ਦੇ ਉੱਤੇ, ਮੈਟਰੋ ਸਟੇਸ਼ਨਾਂ ਦੇ ਉੱਤੇ ਜਾਂ ਕਿਸੇ ਹੋਰ ਜਗ੍ਹਾ ਦੇ ਉੱਤੇ ਜਿਨ੍ਹਾਂ ਅੰਮ੍ਰਿਤਧਾਰੀ ਸਿੰਘਾਂ ਦੇ ਕਿਰਪਾਨ ਧਾਰਨ ਕੀਤੀ ਹੁੰਦੀ ਹੈ ਉਹਨਾਂ ਨੂੰ ਦਿੱਕਤਾਂ ਆਉਂਦੀਆਂ ਨੇ ਔਰ ਉਦੋਂ ਬੜਾ ਭੰਬਲ ਭੂਸਾ ਖੜਾ ਹੁੰਦਾ। ਹਾਲਾਂਕਿ ਪਿਛਲੇ ਦਿਨੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਦੋਂ ਸਿੱਖ ਵਕਤ ਨੂੰ ਮਿਲਦੇ ਨੇ, ਹੈੱਡ ਗ੍ਰੰਥੀ ਗੁਰਦੁਆਰਾ ਬੰਗਲਾ ਸਾਹਿਬ ਦੇ ਉਹਨਾਂ ਦੇ ਕੋਲ ਕਿਰਪਾਨ ਹੈ, ਉੱਥੇ ਤਾਂ ਇਜਾਜ਼ਤ ਹੈ ਸਾਨੂੰ ਕਿਰਪਾਨ ਲੈ ਕੇ ਜਾਣ ਦੀ, ਲੇਕਿਨ ਸਾਨੂੰ ਮੈਟਰੋ ਸਟੇਸ਼ਨ ਦੇ ਉੱਤੇ, ਰੇਲਵੇ ਸਟੇਸ਼ਨਾਂ ਦੇ ਉੱਤੇ, ਆਪਣੇ ਏਅਰਪੋਰਟਾਂ ਦੇ ਰੋਕਿਆ ਜਾਂਦਾ ਹੈ। ਉਹਦੇ ਲਈ ਤੁਸੀਂ ਕੋਈ ਜਾਗਰੂਕਤਾ ਮੁਹਿੰਮ ਜਾਂ ITBP ਜਾਂ CISF ਜਾਂ ਜਿਹੜੀ ਸਿਕਿਉਰਿਟੀ ਹੈ ਉਹਨਾਂ ਨੂੰ ਕੋਈ ਇਸ ਤਰ੍ਹਾਂ ਦੀਆਂ ਡਾਇਰੈਕਸ਼ਨ ਹੋਣਗੀਆਂ ਵੀ ਇਹ ਨਹੀਂ ਰੋਕੀ ਜਾ ਸਕਦੀ, ਸਿੱਖਾਂ ਦਾ ਇਹ ਜਿਹੜਾ ਹੱਕ ਹੈਗਾ ਕਿਰਪਾਨ ਧਾਰਨ ਦਾ? ਸਾਡੇ ਜਿਹੜਾ ਕਨਸਟੀਟਿਊਸ਼ਨ ਆ, ਵਿਧਾਨ ਆ ਜੀ, ਉਹਦੇ ਵਿੱਚ ਸਾਨੂੰ ਸਾਰੇ ਪੰਜੇ ਜਿਹੜੇ ਸਾਡੇ ਕਕਾਰ ਆ ਉਹਦੀ ਤੇ ਦਸਤਾਰ ਦੀ ਜਿਹੜੀ ਆ ਉਹ ਛੋੜ ਦਿੱਤੀ ਗਈ ਹੈ ਜੀ। ਇਹ ਜਾਣਕਾਰੀ ਉਹਨਾਂ ਕੋਲੇ ਘੱਟ ਹੈ ਜਾਂ ਉਹ ਜਾਣਬੁੱਝ ਕੇ ਕਰਦੇ ਆ? ਜਾਣਕਾਰੀ ਸਾਰੀ ਉਹਨਾਂ ਦੇ ਕੋਲ ਹੈਗੀ ਆ, ਪਰ ਮੈਂ ਸਮਝਦਾ ਇਹਦੇ ਪਿੱਛੇ ਕੀ ਮਨਸ਼ਾ ਆ ਜੀ। ਵੀ ਪਿਛਲੇ ਦਿਨੀ ਬੰਗਲੌਰ ਚ ਉੱਥੇ ਚੱਲੀ ਤਾਂ ਮੁਸਲਮਾਨਾਂ ਦਾ ਪਹਿਰਾਵਾ, ਬਿਲਕੁਲ, ਪਰ ਉੱਥੇ ਉਹਨੇ ਕਹਿਤਾ ਕਿ ਤੁਸੀਂ ਸਿੱਖਾਂ ਦੀ ਦਸਤਾਰ ਵੀ ਇਸ ਤਰ੍ਹਾਂ ਕੇ ਬੈਨ ਕਰੋ। ਬਿਲਕੁਲ, ਉਹ ਸਾਡੀ ਇੱਕ ਬੇਟੀ ਉੱਥੇ ਪੜ੍ਹਦੀ ਸੀ, ਉਹਦੀ ਦਸਤਾਰ ਦਾ ਮਸਲਾ ਸ਼ੁਰੂ ਹੋ ਗਿਆ ਜੀ। ਫਿਰ ਸਾਡਾ ਇੱਥੋਂ ਵਾਪਸ ਤੁਰੰਤ ਗਿਆ ਜੀ ਔਰ ਜਾ ਕੇ ਉੱਥੇ ਹੋਮ ਮਿਨਿਸਟਰ ਸਾਹਿਬ ਨਾਲ, ਐਜੂਕੇਸ਼ਨ ਮਿਨਿਸਟਰ ਸਾਹਿਬ ਨਾਲ ਗੱਲ ਕੀਤੀ। ਉਹਨਾਂ ਦਿਨਾਂ 'ਚ ਮੰਗਲੌਰ ਦੇ ਵਿੱਚ ਵੀ ਸਾਡੇ ਇੱਕ ਪਟਕੇ ਦੀ ਜਿਹੜੀ ਆ ਵੀ ਇਹਨੂੰ ਦਾਖਲਾ ਨਹੀਂ ਦਿੱਤਾ ਜਾਣਾ ਕਿਉਂਕਿ ਇਹਨੇ ਪਟਕਾ ਸਜਾਇਆ ਆ ਜੀ, ਉੱਥੇ ਵੀ ਜਾ ਕੇ ਫਿਰ ਸਾਰਾ ਉਹ ਮਸਲਾ ਹੱਲ ਕਰਕੇ ਆਏ ਆ।
ਕਈ ਵਾਰੀ ਪੰਜਾਬ ਦੇ ਵਿੱਚ ਵੀ ਇੱਕ ਦੋ ਇਦਾਂ ਦੇ ਮੌਕੇ ਆਏ ਆ ਸੇਂਟ ਜੋਸਫ ਤੇ ਮਾਊਂਟ ਕਾਰਮਲ ਜੀ, ਇਹ ਵੀ ਕਈ ਵਾਰੀ ਕੜਿਆਂ ਦੀ ਪ੍ਰੋਬਲਮ, ਹਾਂਜੀ ਜੀ ਹਥਿਆਰ ਆ, ਬਿਲਕੁਲ ਕਈ ਵਾਰੀ ਦਸਤਾਰ ਦੀ, ਪਟਕੇ ਦੀ, ਐਵੇਂ ਦੀ ਕਈ ਵਾਰੀ ਹਾਰਡਲਸ ਕ੍ਰੀਏਟ ਕਰਦੇ ਆ। ਜੀ ਮੈਂ ਸਮਝਦਾ ਬਹੁਤ ਮਾੜੀ ਗੱਲ ਆ। ਸਿੱਖ ਇੱਕ ਅਡਰੀ ਤੇ ਵੱਖਰੀ ਤੇ ਨਿਆੜੀ ਕੌਮ ਆ। ਜੀ, ਜਿਸ ਕੌਮ ਨੇ ਆਪਣੇ ਇਸ ਦੇਸ਼ ਦੀ ਰਾਜ ਧਰਮ ਦੇ ਵਿੱਚ, ਆਪਣੇ ਆਜ਼ਾਦੀ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ। ਜੀ, ਇਹ ਠੀਕ ਆ ਬਈ ਕਿਸੇ ਮਨੁੱਖ ਨੂੰ ਜਿਸਲੇ ਕਿਸੇ ਨੇ ਕੋਈ ਕੜਾ ਵੱਡਾ ਪਾਇਆ, ਉਹ ਬੱਚੇ ਨੂੰ ਕਿਹਾ ਜਾ ਸਕਦਾ ਵੀ ਛੋਟਾ ਕੜਾ ਪਹਿਨ ਲਾ। ਪਰ ਜੇ ਤੁਸੀਂ ਬੈਨ ਕਰਦੇ ਆ ਤੇ ਮੈਂ ਸਮਝਦਾ ਇਹ ਸਿੱਖੀ ਦੇ ਵਿੱਚ ਸਿੱਧਾ ਹਮਲਾ ਹੀ ਆ। ਫਿਰ ਇਹ ਜੇ ਕਿਸੇ ਦੀ ਆਪਾਂ ਹੁਣ ਉਹ ਪਿੱਛੇ ਮੁੰਡੇ ਨੇ ਸ੍ਰੀ ਸਾਹਿਬ ਪਾਈਓ ਸੀ ਜੀ, ਉਹ ਸ੍ਰੀ ਸਾਹਿਬ ਦੇ ਨਾਲ ਇੱਕੋ ਜਿਹਾ ਮਜ਼ਾਕ ਹੀ ਕੀਤਾ ਗਿਆ। ਉਹਨੂੰ ਪਤਾ ਹੋਣਾ ਕਿਉਂਕਿ ਪੁਲਿਸ ਮੁਲਾਜ਼ਮ ਨੂੰ ਸਾਰਾ ਪਤਾ ਹੁੰਦਾ ਤੇ ਦਿੱਲੀ ਵਰਗੇ ਸ਼ਹਿਰ ਦੇ ਵਿੱਚ ਉੱਥੇ ਅੰਮ੍ਰਿਤਧਾਰੀ ਕਾਫੀ ਘੁੰਮਦੇ ਆ। ਇਹ ਮੈਨੂੰ ਲੱਗਦਾ ਵੀ ਇਹਦੇ ਪਿੱਛੇ ਕੋਈ ਡੂੰਘੀ ਸਾਜ਼ਿਸ਼ ਕੀ ਆ, ਇਹ ਤਾਂ ਹੁਣ ਪਰਮੇਸ਼ਰ ਜਾਣੇ। ਪਰ ਮੈਂ ਇਹ ਬੇਨਤੀ ਇਸ ਮੁਲਕ ਦੀ ਸਾਰੀ ਜਿੰਨੀ ਸਰਕਾਰ ਆ ਉਹਨੂੰ ਕਰਨੀ ਚਾਹੁੰਦਾ ਵੀ ਇਹ ਐਵੇਂ ਦੇ ਜਿਹੜੇ ਕਾਰਜ ਆ ਇਹ ਬਿਲਕੁਲ ਨਾ ਕੀਤੇ ਜਾਣ। ਸਿੱਖਾਂ ਦਾ ਆਪਣਾ ਇੱਕ ਮੁੰਡਲਾ ਸਾਰਾ ਰਾਈਟ ਟੂ ਰਿਲੀਜਨ ਆ ਤੇ ਉਹਦੇ ਵਿੱਚ ਸਾਨੂੰ ਕਕਾਰ ਪਹਿਨਣ ਦਾ ਹੱਕ ਆ। ਐਵੇਂ ਦੇ ਕਰਨਗੇ ਫਿਰ ਅਸੀਂ ਲਿਟੀਗੇਸ਼ਨ ਇਸ ਕਰਕੇ ਨਹੀਂ ਸ਼ੁਰੂ ਕਰਦੇ ਕਿਉਂਕਿ ਸਾਡਾ ਆਲਰੇਡੀ ਰਾਈਟ ਹੈਗਾ ਹੀ ਆ। ਕੰਟੈਸਟ ਤਾਂ ਕਰੀਏ ਇਸ ਕਰਕੇ ਇਹਨਾਂ ਨੂੰ ਅਪੀਲ ਇਹ ਵਾਰ-ਵਾਰ ਕੀਤੀ ਜਾ ਸਕਦੀ ਤੇ ਸਾਡਾ ਰਾਈਟ ਵੀ ਆ। ਤੇ ਮੇਰਾ ਖਿਆਲ ਆ ਵੀ ਕੋਈ ਜੋ ਕਿ ਹੁਣ ਭਵਿੱਖ ਦੇ ਵਿੱਚ ਇਦਾਂ ਦੀ ਕਾਰਵਾਈ ਨਹੀਂ ਹੋਊਗੀ। ਜੇ ਹੋਊਗੀ ਤੇ ਸ਼੍ਰੋਮਣੀ ਕਮੇਟੀ ਆਪਣੇ ਫਰਜ਼ਾਂ ਤੋਂ ਪਿੱਛੇ ਨਹੀਂ ਹਟੇਗੀ। ਪਿਛਲੇ ਦਿਨੀ ਮੈਂ ਦੇਖ ਰਿਹਾ ਇੱਕ ਨਵੀਂ ਪਿਰਤ ਪਾਉਣ ਦੀ ਕੋਸ਼ਿਸ਼ ਕੀਤੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੁਸੀਂ। ਵਿਦਿਅਕ ਅਦਾਰਿਆਂ ਦੇ ਵਿੱਚ ਜਦੋਂ ਤੁਸੀਂ ਜਾਂਦੇ ਹੋ ਮੋਮੈਂਟੋ ਤੇ ਸਰੋਪੇ ਵਾਲੀ ਜਿਹੜੀ ਰਸਮ ਹੈ ਉਹਨੂੰ ਤੁਸੀਂ ਮਨਾ ਕਰ ਰਹੇ ਹੋ। ਉਹ ਇੱਕ ਚੰਗੀ ਪਿਰਤ ਹੈਗੀ ਹੈ ਔਰ ਤੁਸੀਂ ਇੱਕ ਸਰੋਪਾ ਦੇਣ ਦੀ ਮਰਿਆਦਾ ਵੀ ਕਹਿ ਸਕਦੇ ਆ ਕਿ ਧਾਰਨ ਕਰਾਉਣ ਦੀ ਕੋਸ਼ਿਸ਼ ਕਰ ਰਹੇ ਹੋ। ਉਹਦੇ ਬਾਰੇ ਸੰਗਤ ਨੂੰ ਜ਼ਰੂਰ ਦੱਸਿਓ। ਦੇਖੋ ਜਿਹੜੇ ਸਾਡੇ ਸਿੱਖ ਐਜੂਕੇਸ਼ਨ ਅਦਾਰੇ ਆ ਜੀ ਉਹਨਾਂ ਦੇ ਵਿੱਚ ਪ੍ਰਧਾਨ ਸ਼੍ਰੋਮਣੀ ਕਮੇਟੀ ਜਾਵੇ ਜਾਂ ਮੈਂਬਰ ਐਸਜੀਪੀਸੀ ਜਾਵੇ ਉਹ ਉਹਦਾ ਪ੍ਰਬੰਧਕ ਕਰਤਾ ਆ, ਟਰਸਟੀ ਆ। ਬਿਲਕੁਲ। ਤੇ ਜਿਹੜੇ ਉਹ ਫੰਕਸ਼ਨ ਹੁੰਦਾ ਉਹ ਪ੍ਰਿੰਸੀਪਲ ਸਾਡੇ ਲਈ ਮੋਮੈਂਟੋ ਬਣਾ ਲੈਂਦੇ ਆ, ਸਾਡੇ ਲਈ ਉਹ ਸਿਰਪਾ ਬਣਾ ਲੈਂਦੇ। ਮੇਰਾ ਆਪਣੇ ਤੌਰ ਤੇ 4-5 ਸਾਲ ਤੋਂ ਲਗਾਤਾਰ ਇਹ ਯਤਨ ਆ ਕਿ ਸਿਰਪਾ ਦੀ ਪ੍ਰੋਪਰ ਤੌਰ ਦੇ ਉੱਤੇ ਕਿੱਦਾਂ ਮਿਲਣਾ, ਕਿਹਨੂੰ ਮਿਲਣਾ, ਉਹਦੀ ਇੱਕ ਗਾਈਡਲਾਈਨ ਹੋਣੀ ਚਾਹੀਦੀ ਆ। ਹੁਣ ਹੁੰਦਾ ਕੀ ਆ ਵੀ ਸਿਰਪਾ ਮਿਲਦੇ ਆ ਪਿੱਛੇ ਗੱਡੀ ਤੇ ਸਿੱਟ ਦਿੰਦੇ ਆ ਜਾ ਕੇ, ਫਿਰ ਉਹਦਾ ਕੀ ਹਾਲ ਹੁੰਦਾ ਮੈਂ ਉਹਦੇ ਬਾਰੇ ਕੁਝ ਬੋਲਣਾ ਨਹੀਂ ਚਾਹੁੰਦਾ। ਤੇ ਮੈਂ ਪਿੱਛੇ ਮਾਤਾ ਗੁਜਰੀ ਕਾਲ ਦੇ ਵਿੱਚ ਉੱਥੇ ਵੱਡੀ ਕਨਵੋਕੇਸ਼ਨ ਹੋਈ, ਕੱਲ ਚੋਲਾ ਸਾਹਿਬ ਵਿਖੇ ਵੀ ਉੱਥੇ ਵੀ ਇਹੋ ਐਪੀਸੋਡ ਹੋਇਆ। ਤੇ ਮੈਂ ਹੁਣ ਕੱਲ ਦੀ ਸਰਕੂਲੇਸ਼ਨ ਕਰਤੀ ਸਾਰੇ ਸਕੂਲਸ ਨੂੰ, ਸਾਰੇ ਕਾਲਜਸ ਨੂੰ ਕਿ ਤੁਸੀਂ ਕਿਸੇ ਨੇ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਨਾ ਸਿਰਪਾ ਕਿਸੇ ਨੂੰ ਦੇਣਾ, ਨਾ ਲੋਈ ਦੇਣੀ, ਨਾ ਕੋਈ ਸਤਿਕਾਰਤ ਚਿੰਨ੍ਹ ਦੇਣਾ। ਹਾਂ ਜੇ ਕੋਈ ਡੋਨਰ ਆਉਂਦਾ ਡੋਨਰ ਨੂੰ ਤੁਸੀਂ ਬੁੱਕ ਆਪਣਾ ਦੇ ਦਿਓ, ਇੱਕ ਕਿਤਾਬਚਾ ਦੇ ਦਿਓ ਤਾਂ ਕਿ ਅਗਲਾ ਪੜ੍ਹੇ ਤਾਂ ਸਹੀ ਨਾ। ਦੂਸਰੀ ਇੱਕ ਅਸੀਂ ਹੁਣ ਇਹ ਵੀ ਚਾਹੁੰਦੇ ਆ, ਮੈਂ ਆਪਣੇ ਤੌਰ ਤੇ ਮਹਿਸੂਸ ਕਰਦਾ ਸੀ ਕਿ ਸਿਰੋਂ ਪਾਓ ਸਤਿਗੁਰੂ ਜੀ ਦੀ ਪ੍ਰੋਪਰ ਗੁਰਬਾਣੀ ਦਾ ਇਹ ਸ਼ਬਦ ਆ ਤੇ ਸਿਰ ਤੋਂ ਲੈ ਕੇ ਪੈਰਾਂ ਤੱਕ, ਤੇ ਮੇਰੇ ਵਰਗਾ ਤਾਂ ਹਾਲੇ ਪੈਰ ਵੀ ਨਹੀਂ ਤੁਰੇ ਗੁਰੂ ਵੱਲ ਨੂੰ, ਸਿਰ ਤੱਕ ਕੀ ਉਹਨੇ ਦੇਣਾ। ਤੇ ਅਸੀਂ ਐਗਜੈਕਟਿਵ ਦੇ ਵਿੱਚ ਆਉਂਦੀ ਦੇ ਵਿੱਚ ਇਹ ਵੀ ਵਿਚਾਰ ਕਰਾਂਗੇ ਕਿ ਗੁਰੂ ਘਰਾਂ ਦੇ ਵਿੱਚ ਸਿਰ ਪਾਓ ਕਿਹਨੂੰ ਤੇ ਕਿਵੇਂ ਦਿੱਤਾ ਜਾਣਾ, ਤੇ ਜੇ ਕਿਸੇ ਦਾ ਮਾਣ ਸਤਿਕਾਰ ਕਰਨਾ ਤੇ ਉਹ ਕਿੱਥੇ ਕੀਤਾ ਜਾਣਾ, ਉਹ ਵੀ ਅਸੀਂ ਅਗਲੀ ਮੀਟਿੰਗ ਦੇ ਵਿੱਚ ਤੈਅ ਜ਼ਰੂਰ ਕਰਾਂਗੇ। ਪ੍ਰਧਾਨ ਜੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧਰਮ ਪ੍ਰਚਾਰ ਦੇ ਵਿਦਿਅਕ ਅਦਾਰਿਆਂ ਦੇ ਵਿੱਚ, ਮੈਡੀਕਲ ਕਾਲਜਾਂ ਦੇ ਵਿੱਚ ਬਹੁਤ ਸਾਰੇ ਕਰਮਚਾਰੀ, ਮੁਲਾਜ਼ਮ, ਅਫਸਰ ਐਸੇ ਨੇ ਜਿਹੜੇ ਬਹੁਤ ਤਨਦੇਹੀ ਨਾਲ ਕੰਮ ਕਰਦੇ ਨੇ। ਉਹਨਾਂ ਦੇ ਲਈ ਕੋਈ ਵਿਸ਼ੇਸ਼ ਸਨਮਾਨ ਜਾਂ ਉਹਨਾਂ ਨੂੰ ਸ਼ਾਬਾਸ਼ੀ ਦੇਣ ਦੇ ਲਈ ਜਾਂ ਉਹ ਰੋਲ ਮਾਡਲ ਕੋਈ ਇਸ ਤਰ੍ਹਾਂ ਦੀ ਪ੍ਰੈਜ਼ੈਂਟ ਕਰਨ ਦੇ ਲਈ ਤਾਂ ਜੋ ਬਾਕੀ ਜਿਹੜੇ ਮੁਲਾਜ਼ਮ ਹੈ ਉਹਨਾਂ ਤੇ ਵੀ ਜਿਹੜਾ ਇੰਪੈਕਟ ਜਾ ਸਕੇ, ਪ੍ਰਭਾਵ ਜਾ ਸਕੇ, ਔਰ ਇੱਕ ਸ਼੍ਰੋਮਣੀ ਕਮੇਟੀ ਐਸੇ ਮੁਲਾਜ਼ਮਾਂ ਦਾ, ਐਸੇ ਕਰਮਚਾਰੀਆਂ ਦਾ, ਅਧਿਕਾਰੀਆਂ ਦਾ ਕੋਈ ਸਨਮਾਨ ਜਾਂ ਕੋਈ ਸਪੈਸ਼ਲ ਉਹਨਾਂ ਨੂੰ ਕੋਈ ਐਫਰਟ ਕਰ ਰਹੀ ਉਹਦੇ ਬਾਰੇ? ਦੇਖੋ ਦੋ ਤਰ੍ਹਾਂ ਦੇ ਮੁਲਾਜ਼ਮ ਆ ਜੀ। ਇੱਕ ਤਾਂ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਧਾਰਮਿਕ ਬਾਡੀ ਆ ਜੀ, ਇਹਦੇ ਵਿੱਚ ਜਿਹੜੇ ਕੋਈ ਮੁਲਾਜ਼ਮਤ ਕਰਨ ਆਉਂਦਾ ਉਹ ਗੁਰੂ ਦੀ ਭੈ ਭਾਵਨੀ ਦੇ ਵਿੱਚ ਰਹਿ ਕੇ ਮਹਿਸੂਸ ਕਰਦਾ ਵੀ ਗੁਰੂ ਕੇ ਖਜ਼ਾਨੇ ਦੇ ਵਿੱਚੋਂ ਤਨਖਾਹ ਮਿਲਦੀ ਆ। ਇੱਕ ਆਉਂਦੇ ਆ ਉਹ ਜਿਹੜੇ ਆਪਣਾ ਸਿਰਫ ਰੋਜੀ ਰੋਟੀ ਲਈ ਵੀ ਸ਼ਾਇਦ ਮੈਨੂੰ ਨੌਕਰੀ ਮਿਲੀ ਆ, ਤੇ ਅਸੀਂ ਉਹਨਾਂ ਸਾਰਿਆਂ ਕਰਮਚਾਰੀਆਂ ਦੀ ਜਿਹੜੇ ਤਨਦੇਹੀ ਦੇ ਨਾਲ ਗੁਰੂ ਦੀ ਭੈ ਭਾਵਨੀ ਦੇ ਵਿੱਚ ਰਹਿ ਕੇ ਤਨਦੇਹੀ ਨਾਲ ਕਾਰਜ ਕਰਦੇ ਆ, ਉਹਨਾਂ ਦੇ ਸਾਹਮਣੇ ਅਸੀਂ ਸਤਿਕਾਰ ਉਹਨਾਂ ਨੂੰ ਬਖਸ਼ਦੇ ਵੀ ਆ, ਦਿੰਦੇ ਵੀ ਆ। ਤੇ ਮੁੱਢਲਾ ਫਰਜ਼ ਵੀ ਆ ਕਿ ਮਨੁੱਖ ਨੇ ਕਿਰਤ ਵੀ ਕਰਨੀ ਆ, ਤੇ ਕਿਰਤ ਕਰਨੀ ਉਹਨੇ ਦਸਾਂ ਨਾਹਾਂ ਦੀ, ਤੇ ਦਸਾਂ ਨਾਹਾਂ ਦੀ ਧਰਮ ਦੀ ਕਿਰਤ। ਆਪਾਂ ਹੁਣ ਉਹਨੂੰ ਧਰਮ ਵਿੱਚੋਂ ਛੱਡ ਦਿੱਤਾ ਤੇ ਫਿਰ ਇਹ ਤਾਂ ਜਿੱਥੋਂ ਪੈਸੇ ਆਉਣੇ ਉਹ ਵੀ ਧਰਮ ਦੇ ਵਿੱਚੋਂ ਹੀ ਆਉਣੇ ਆ। ਤੇ ਉਹ ਸਤਿਕਾਰ ਤੇ ਆ ਸਾਡੇ, ਉਹਨਾਂ ਦਾ ਜ਼ਰੂਰ ਜਿਹੜਾ ਮਨ ਦਾ ਸਤਿਕਾਰ, ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੇਰਾ ਤਾਂ ਆਪਣਾ ਵੀ ਹੈਗਾ, ਤੁਸੀਂ ਸ਼ਾਇਦ ਮੈਨੂੰ ਦੇਖਿਆ ਹੋਣਾ ਆਉਂਦੇ ਜਾਂਦੇ,
ਮੈਂ ਤਾਂ ਜਿਹੜੇ ਵਧੀਆ, ਮੇਰਾ ਤਾਂ ਲਕਸ਼ ਹੀ ਇਹ ਆ ਵੀ ਜਿਹੜਾ ਇਮਾਨਦਾਰ ਉਹ ਮੇਰਾ ਮਿੱਤਰ ਆ ਜੀ, ਤੇ ਜਿਹੜਾ ਕੋਈ ਉਵੇਂ ਦਾ ਆ ਉਹ ਮੇਰੇ ਤੋਂ ਆਪ ਹੀ ਪਰਾਂ ਹੋ ਜਾਂਦਾ। ਬਿਲਕੁਲ। ਸੋ ਮੈਂ ਉਹਨਾਂ ਦੀ ਬਹੁਤ ਸਤਿਕਾਰ ਕਰਦਾ ਜਿਹੜੇ ਤਨਦੇਹੀ ਦੇ ਨਾਲ ਗੁਰੂ ਆਸ਼ੇ ਅਨੁਸਾਰ ਵਧੀਆ ਸੇਵਾ ਕਰਦੇ। ਬਿਲਕੁਲ। ਵਿਛੜੇ ਗੁਰਧਾਮਾਂ ਦੇ ਦਰਸ਼ਨ ਦਿਦਾਰੇ ਲਈ ਔਰ ਕਰਤਾਰਪੁਰ ਸਾਹਿਬ ਦੇ ਜਿਹੜਾ ਲਾਂਘਾ ਖੁੱਲਿਆ ਹੈ ਉਹਦੇ ਦਰਸ਼ਨ ਦਿਦਾਰੇ ਲਈ ਸੰਗਤ ਦੇ ਲਈ ਕਿਸ ਤਰ੍ਹਾਂ ਦੇ ਪ੍ਰਬੰਧ ਨੇ? ਕਈ ਸੰਗਤ ਹੈਗੀ ਜਿਹੜੀ ਜਾਣਾ ਚਾਹੁੰਦੀ ਲੇਕਿਨ ਪ੍ਰਕਿਰਿਆ ਨਹੀਂ ਪਤਾ ਹੁੰਦੀ ਉਹਨਾਂ ਨੂੰ, ਜਿੱਦਾਂ 4 ਜਥੇ ਵੀ ਜਾਂਦੇ ਨੇ ਤੁਹਾਡੇ, ਉਹਦੇ ਬਾਰੇ ਮੈਂ ਚਾਹਾਂਗਾ ਕਿ ਸੰਗਤ ਨੂੰ ਜ਼ਰੂਰ ਦੱਸਿਆ ਜਾਵੇ। ਦੇਖੋ ਜਿਹੜੀ ਕਰਤਾਰਪੁਰ ਦੀ ਹੈਗੀ ਜਾਣ ਦੀ, ਉੱਥੇ ਅਸੀਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਥੇ ਮਿਸ਼ਨ ਦੇ ਵਿੱਚ ਜੀ ਅਸੀਂ ਇੱਕ ਇਹ ਵੀ ਸੁਵਿਧਾ ਦਿੱਤੀ ਆ ਕਿ ਉੱਥੋਂ ਹੀ ਕਰਤਾਰਪੁਰ ਲਈ ਬੁਕਿੰਗ ਆਪਣੀ ਕਰ ਲੈਣ ਜੀ। ਪਰ ਇਹ ਜਿਹੜਾ ਪ੍ਰੋਸੀਜਰ ਆ ਇੰਨਾ ਪਚੀਦਾ ਆ ਜੀ ਕਿ ਕੰਪਿਊਟਰ ਚੱਕਦਾ ਨਹੀਂ ਆ। ਪਿੱਛੇ ਸਾਡੇ ਮੈਂਬਰ 2 ਉਹਨੇ 50 ਮੈਂਬਰ ਲੈ ਕੇ ਜਾਣਾ ਸੀ ਜੀ, ਕੰਪਿਊਟਰ ਹੀ ਨਹੀਂ ਖੁੱਲਾ ਜੀ। ਉਹ ਅਸੀਂ ਸਰਕਾਰ ਤੋਂ ਵੀ ਮੰਗ ਰੱਖੀ ਆ ਵੀ ਤੁਸੀਂ ਪਾਸਪੋਰਟ ਦੇ ਵਿੱਚ ਰਿਲੈਕਸੇਸ਼ਨ ਦਿਓ, ਉਹ ਤੋਂ ਨਾਲ ਤੁਸੀਂ ਇਹ ਜਿਹੜੇ $20 ਵਾਲੀ ਇਹਦੀ ਰਿਲੈਕਸੇਸ਼ਨ ਦਿੱਤੀ ਜਾਵੇ ਤਾਂ ਕਿ ਆਮ ਸ਼ਰਧਾਲੂ ਜਿਹੜਾ ਆ ਉਹ ਜਾ ਕੇ ਉੱਥੇ ਆਪਣਾ ਦਰਸ਼ਨ ਦਿਦਾਰੇ ਕਰਕੇ ਆਵੇ। ਤੇ ਦੂਜੀ ਜਿਹੜੀ ਪਿੱਛੇ ਅਸੀਂ ਬੱਸ ਵੀ ਇੱਥੋਂ ਚਾਲੂ ਕੀਤੀ ਸੀ ਦਰਬਾਰ ਸਾਹਿਬ ਤੋਂ, ਕਿਉਂਕਿ ਉਦੋਂ ਕਾਫੀ ਲੋਕ ਜਾਂਦੇ ਸੀ ਤੇ ਇੱਥੇ ਉਹਨਾਂ ਦੇ ਰਹਿਣ ਦਾ ਪ੍ਰਬੰਧ ਤੇ ਫ੍ਰੀ ਉਹਨਾਂ ਨੂੰ ਉੱਥੇ ਅਸੀਂ ਪਹੁੰਚਾ ਕੇ ਆਉਂਦੇ ਸੀ। ਪਰ ਹੁਣ ਕਿਉਂਕਿ ਮਿਲਦੀ ਪਰਮਿਸ਼ਨ ਹੋਣਿਆਂ ਕਾਨੂੰਨ ਜੀ। ਦੂਸਰੇ ਜਿਹੜੇ 4 ਸਾਡੇ ਜਥੇ ਜਾਂਦੇ ਆ ਉਹ ਜਾਂਦੇ ਸਾਹਿਬ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ ਤੇ ਜੀ। ਦੂਸਰਾ ਜਥਾ ਸਾਡਾ ਵਿਸਾਖੀ ਤੇ ਜਾਂਦਾ ਜੀ। ਤੀਸਰਾ ਜਥਾ ਫਿਰ ਸਾਡਾ ਸਾਹਿਬ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਸ਼ਹੀਦੀ ਦਿਹਾੜੇ ਤੇ ਜੀ। ਚੌਥਾ ਜਥਾ ਸਾਡਾ ਫਿਰ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਤੇ ਜਾਂਦਾ ਜੀ। ਸੋ ਉਹਦੇ ਵਿੱਚ ਹੁਣ ਹੋਇਆ ਕੀ ਆ ਵੀ ਜਿਹੜਾ ਮੂਲ ਤੌਰ ਤੇ ਨਾਨਕਸ਼ਾਹੀ ਕੈਲੰਡਰ ਜਿਹੜਾ ਪਹਿਲਾਂ ਜਾਰੀ ਹੋਇਆ ਸੀ ਉਹਦੇ 16 ਜੂਨ ਉਹ ਮਨਾਉਂਦੇ ਆ ਤੇ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਉਹ 16 ਜੂਨ ਨੂੰ ਮਨਾਉਂਦੀ ਆ ਤੇ ਸਾਡੇ ਜਿੱਦਾਂ ਐਤਕੀ ਵੀ 3 ਜੂਨ ਆ ਗਿਆ ਤੇ ਸਾਡੇ ਜਿਹੜਾ ਨਾਨਕਸ਼ਾਹੀ ਕੈਲੰਡਰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਛਾਪਿਆ ਜਾਂਦਾ, ਉਹਨਾਂ ਦੀ ਸਰਪ੍ਰਸਤੀ ਛਾਪਿਆ ਜਾਂਦਾ, ਉਹ ਉੱਥੇ ਗਾ ਕੇ ਥੋੜਾ ਜਿਹਾ ਫਿਰ ਇਹਨਾਂ ਦਾ ਕਲੇਸ਼ ਪੈ ਜਾਂਦਾ। ਪਿਛਲੀ ਵਾਰੀ ਸਾਨੂੰ ਵੀਜ਼ੇ ਨਹੀਂ ਮਿਲੇ ਸੋ ਐਤਕੀ ਉਹ ਜਥਾ ਅਸੀਂ ਫਿਰ ਭੇਜਿਆ ਹੀ ਨਹੀਂ। ਬਾਕੀ ਜਿਹੜੇ 3 ਆਪਣੇ ਡੇਟਾਂ ਦੇ ਉੱਤੇ ਅਸੀਂ ਉਹ ਸਾਡੇ ਜਥੇ ਆ ਵਿਸਾਖੀ ਵਾਲਾ ਹੁਣੇ ਮੁੜ ਕੇ ਆਇਆ ਤੇ ਗਾਂ ਹੁਣ ਮਹਾਰਾਜਾ ਰਣਜੀਤ ਸਿੰਘ ਜੀ ਦੀ ਬਰਸੀ ਤੇ ਉਹ ਵੀ ਜਾਊਗਾ। ਉਹਦੇ ਲਈ ਇਹ ਆ ਵੀ ਸਾਨੂੰ ਪ੍ਰਕਿਰਿਆ 3 ਕੁ ਮਹੀਨੇ ਪਹਿਲਾਂ ਸ਼ੁਰੂ ਕਰਨੀ ਪੈਂਦੀ। ਅਸੀਂ ਪਾਸਪੋਰਟ ਵੀ ਭੇਜਦੇ ਆ ਪਰ ਕਈ ਵਾਰੀ ਬਹੁਤ ਸਾਰੇ ਸ਼ਰਧਾਲੂਆਂ ਦੇ ਵੀਜ਼ੇ ਨਹੀਂ ਲੱਗਦੇ, ਉਹ ਸਾਡੇ ਤੇ ਇਤਰਾਜ਼ ਕਰਦੇ, ਪਰ ਸਾਡਾ ਨਹੀਂ ਹੁੰਦਾ। ਉਹ ਕੋਈ ਇਹਨਾਂ ਦੀ ਆਪਣੇ ਦਿੱਲੀ ਆਪਣੇ ਪਾਕਿਸਤਾਨ ਦੀ ਜਿਹੜੀ ਸਰਕਾਰ ਆ ਜਾਂ ਕੋਈ ਇੰਟੈਲੀਜੈਂਸ ਦੀਆਂ ਰਿਪੋਰਟਾਂ ਆ ਉਹਦੇ ਮੁਤਾਬਕ ਰਿਫਿਊਜ਼ ਹੁੰਦੇ, ਅਸੀਂ ਤਾਂ ਸਾਰੇ ਦੇ ਸਾਰੇ ਭੇਜ ਦਿੰਦੇ ਜੀ। ਤੁਸੀਂ ਕੈਲੰਡਰ ਦੀ ਗੱਲ ਕੀਤੀ ਆ, ਦੇਸ਼ ਵਿਦੇਸ਼ ਦੀ ਸੰਗਤ ਵੀ ਜਦੋਂ ਇੱਥੇ ਆਉਂਦੀ ਆ, ਪਿਛਲੇ ਦਿਨੀ ਸਰਦਾਰ ਸਕੱਤਰ ਸਿੰਘ ਜਿਹੜੇ ਐਡਮਿੰਟਨ ਦੇ ਗੁਰੂ ਘਰ ਦੇ ਸਾਬਕਾ ਪ੍ਰਧਾਨ ਨੇ, ਉਹਨਾਂ ਨੇ ਵੀ ਆ ਕੇ ਤੁਹਾਨੂੰ ਅਪਰੋਚ ਕਰਨ ਦੀ ਕੋਸ਼ਿਸ਼ ਕੀਤੀ ਸੀ, ਸ਼ਾਇਦ ਤੁਹਾਨੂੰ ਮਿਲੇ ਵੀ ਹੋਣੇ। ਉਹ ਕਹਿੰਦੇ ਕਿ ਨਾਨਕਸ਼ਾਹੀ ਕੈਲੰਡਰ ਦੇ ਮੁਤਾਬਕ ਜੇ ਅਸੀਂ ਸਮਾਗਮ ਜਿਹੜੇ ਮਨਾ ਰਹੇ ਹਾਂ, ਗੁਰਪੁਰਬ ਮਨਾ ਰਹੇ ਹਾਂ ਜਾਂ ਹੋਰ ਸ਼ਤਾਬਦੀਆਂ ਮਨਾ ਰਹੇ ਹਾਂ ਜਾਂ ਜਿਹੜੇ ਸ਼ਹੀਦੀ ਦਿਹਾੜੇ ਮਨਾ ਰਹੇ ਹਾਂ, ਸਾਨੂੰ ਕਹਿੰਦੇ ਦਿੱਕਤ ਆਉਂਦੀ ਹੈ। ਉਸ ਦਿੱਕਤ ਨੂੰ ਦੂਰ ਕਰਨ ਦੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਕੋਈ ਉਪਰਾਲਾ ਕਰ ਰਹੀ ਹੈ ਤਾਂ ਜੋ ਇੱਕੋ ਦੇ ਉਹ ਛੁੱਟੀ ਦੇ ਹਿਸਾਬ ਨਾਲ ਵੀ ਦੇਖ ਸਕਣ ਤੇ ਅਦਾਰੇ ਜਿਹੜੇ ਨੇ ਉਹਨਾਂ ਨੂੰ ਵੀ ਕੋਈ ਦਿੱਕਤ ਨਾ ਆਵੇ, ਉਹ ਭੰਬਲ ਭੂਸਾ ਨਾ ਕ੍ਰੀਏਟ ਹੋਵੇ। ਇਹ ਜਿਹੜਾ ਪੈਰੋਗੇਟਿਵ ਆ ਇਹ ਸ਼੍ਰੀ ਅਕਾਲ ਤਖਤ ਸਾਹਿਬ ਦਾ ਆ, ਸਿੰਘ ਸਾਹਿਬਾਂ ਦਾ ਆ ਜੀ। ਤੇ ਸਿੰਘ ਸਾਹਿਬਾਂ ਦੇ ਆਦੇਸ਼ ਅਨੁਸਾਰ ਹੀ ਅਸੀਂ ਜਿਹੜੀ ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਉਹਦੇ ਅਸੀਂ 3 ਜਾਂ 4 ਮੈਂਬਰ ਪਾ ਦਿੰਨੇ ਆ ਜੀ। ਉਹ ਬੈਠ ਕੇ ਫੈਸਲਾ ਕਰਦੇ ਆ ਤੇ ਜੇ ਉਹਨਾਂ ਸਕੱਤਰ ਸਿੰਘ ਹੋਣਾ ਨੂੰ ਵੀ ਕੋਈ ਹੈਗੀ ਉਹ ਵੀ ਬੈਠ ਕੇ ਸਿੰਘ ਸਾਹਿਬਾਂ ਨਾਲ ਕਰ ਲੈਣ ਜੀ। ਤੇ ਜੋ ਸਿੰਘ ਸਾਹਿਬ ਦਾ ਆਦੇਸ਼ ਹੋਊਗਾ ਉਹਨੂੰ ਅਸੀਂ ਫਿਰ ਲਾਗੂ ਕਰਾਂਗੇ, ਸਾਨੂੰ ਕੋਈ ਦਿੱਕਤ ਨਹੀਂ। ਉੱਤਰਾਖੰਡ ਦੇ ਵਿੱਚ ਜੀ ਗੁਰਦੁਆਰਾ ਗਿਆਨ ਗੋਦੜੀ ਸੰਬੰਧੀ ਸ਼੍ਰੋਮਣੀ ਕਮੇਟੀ ਦਾ ਇੱਕ ਵਫਦ ਸਰਦਾਰ ਰਘੂਜੀਤ ਸਿੰਘ ਵਿਰਕ ਦੀ ਅਗਵਾਈ 'ਚ ਮਿਲਿਆ ਹੈ। ਉਹ ਕੀ ਭਰੋਸਾ ਦਿੱਤਾ ਜੀ ਉਹਨਾਂ ਨੇ, ਜਨਰਲ ਸਾਹਿਬ ਨੇ? ਦੇਖੋ ਗਵਰਨਰ ਸਾਹਿਬ ਨੂੰ ਉਹ ਮਿਲੇ ਸੀ 28 ਤਰੀਕ ਨੂੰ ਜੀ। ਤੇ ਜਿੰਨੀ ਕੁ ਮੈਨੂੰ ਰਿਪੋਰਟ ਮਿਲੀ ਆ ਜੀ, ਇੱਕ ਤਾਂ ਕਿਉਂਕਿ ਜਿਹੜਾ ਅਸਲ ਜਗ੍ਹਾ ਸੀ ਜਿੱਥੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ, ਉਹ ਬਹੁਤ ਕੰਜੈਸਟਡ ਜਿਹੀ ਜਗ੍ਹਾ 8x6 ਜਾਂ 8x10 ਦੀ ਆ ਜੀ। ਉੱਥੇ ਤਾਂ ਉਹਨੇ ਕਿਹਾ ਵੀ ਅਸੀਂ ਪ੍ਰੋਪਰ ਇੱਕ ਨਿਸ਼ਾਨੀ ਲਾਵਾਂਗੇ ਗੁਰਸਿੱਖੀ ਦੀ, ਕਿਹੜੇ ਫਾਰਮੂਲਾ ਲਾਉਂਦੇ ਉਹਨਾਂ ਨੂੰ ਬੈਠ ਕੇ ਅਸੀਂ ਸਿੰਘ ਸਾਹਿਬਾਂ ਦੇ ਨਾਲ ਡਿਸਕਸ ਕਰਕੇ ਫਿਰ ਉਹਨੂੰ ਭੇਜਾਂਗੇ। ਉੱਦਾਂ ਉਹਨਾਂ ਨੇ ਸਾਨੂੰ ਇਹ ਵੀ ਅਸ਼ੋਰੈਂਸ ਦਿੱਤੀ ਹੈ ਕਿ ਅਸੀਂ ਤੁਹਾਨੂੰ 4 ਏਕੜ ਲਗਭਗ ਪੈਲੀ ਉਹ ਬਾਹਰ ਦੇ ਦਿੰਦੇ ਆ ਤਾਂ ਕਿ ਉੱਥੇ ਵਧੀਆ ਗੁਰਦੁਆਰਾ ਸਾਹਿਬ ਦੀ ਜਿਹੜੀ ਤਮੀਰ ਕੀਤੀ ਜਾਵੇ ਜੀ। ਪ੍ਰਧਾਨ ਜੀ ਕੋਈ ਗੱਲ ਰਹਿ ਗਈ ਹੋਵੇ ਤੁਸੀਂ ਸਾਡੀ ਸੰਗਤ ਨੂੰ ਦੱਸਣਾ ਚਾਹੁੰਦੇ ਹੋ, ਮੈਂ ਪੁੱਛਣੀ ਭੁੱਲ ਗਿਆ ਹੋਵਾਂ? ਦੇਖੋ ਮੈਂ ਤਾਂ ਸਮੁੱਚੀ ਸੰਗਤ ਨੂੰ ਇਹ ਬੇਨਤੀ ਕਰਦਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਕੌਮ ਦੀ ਇੱਕ ਸੰਸਥਾ ਆ ਜੀ ਤੇ ਸਾਡੇ ਬਜ਼ੁਰਗਾਂ ਨੇ ਬਹੁਤ ਵੱਡੀ ਘਾਲਣਾ ਕਾਲੀ, ਉਹਨਾਂ ਦੀ ਦੂਰ ਅੰਦੇਸ਼ੀ ਸੀ, ਨਹੀਂ ਤਾਂ ਅੱਜ ਪਿੰਡ ਤੱਕ ਦੇ ਗੁਰਦੁਆਰਿਆਂ ਦੇ ਵਿੱਚ ਬੜੀਆਂ ਧੜੇਬੰਦੀਆਂ ਚੱਲਦੀਆਂ। ਇਹਦੇ ਵਿੱਚ ਰਲ ਮਿਲ ਕੇ ਆਪਾਂ ਕੌਮ ਦਾ ਜਿਹੜਾ ਸਰਮਾਇਆ ਆ
ਉਹ ਅੱਜ ਦਾ ਜਿਹੜਾ ਯੂਥ ਆ ਜਿਹੜਾ ਵਿਦੇਸ਼ਾਂ ਨੂੰ ਜਾ ਰਿਹਾ ਜੀ ਉਹਨਾਂ ਨੂੰ ਪ੍ਰੇਰਨਾ ਕਰੀਏ। ਸੋ ਬਾਕੀ ਕਈ ਵਾਰੀ ਮੇਰੇ ਵਰਗੇ ਮਨੁੱਖ ਮੈਂ ਅਕਸਰ ਇਹ ਕਹਿੰਦਾ ਹੁੰਦਾ ਆ ਜਾਂਦੇ ਜਥੇਬੰਦੀਆਂ ਜਿਹੜੀਆਂ ਜਥੇਬੰਦੀਆਂ ਹੁੰਦੀਆਂ ਜੀ ਇੱਕ ਦੂਏ ਦੇ ਨਾਲ ਸਹਿਯੋਗ ਕਰੀਏ। ਕੌਮ ਦੇ ਉੱਤੇ ਪਹਿਲਾਂ ਹੀ ਬੜੀ ਭਾਰੀ ਪੀੜਾ ਇਹ ਆ ਵੀ ਸਾਡੇ ਹਰ ਇੱਕ ਮਸਲਾ ਵਿਵਾਦਕ ਬਣ ਜਾਂਦਾ ਜੀ ਤੇ ਆ ਜਿਹੜਾ ਹੁਣ ਸੋਸ਼ਲ ਮੀਡੀਆ ਆ ਜੀ ਇਹ ਕਿਉਂਕਿ ਸੋਸ਼ਲ ਮੀਡੀਆ ਦਾ ਯੁੱਗ ਆ ਗਿਆ ਜੀ ਬੱਚੇ ਜੇ ਕੋਈ ਓਰਲ ਵੇ ਦੇ ਵਿੱਚ ਕੋਈ ਮੈਨੂਅਲ ਤੌਰ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਗੁਰਬਾਣੀ ਨੂੰ ਗਾਇਨ ਕਰਨਾ ਹੋਵੇ ਗਰੇਜ ਕਰਦੇ ਆ ਜੀ ਉਹ ਫਿਰ ਸੋਸ਼ਲ ਮੀਡੀਆ 'ਚ ਜੋ ਲਿਖਿਆ ਜਾਂਦਾ ਉਹਨੂੰ ਹੀ ਸੱਚ ਕਰਕੇ ਜਾਣ ਲੈਂਦੇ ਆ। ਬਿਲਕੁਲ। ਸੋ ਸਾਨੂੰ ਸਾਰਿਆਂ ਨੂੰ ਯਤਨ ਕਰਨਾ ਚਾਹੀਦਾ ਸਭ ਤੋਂ ਪਹਿਲਾਂ ਸ੍ਰੀ ਅਕਾਲ ਤਖਤ ਸਾਹਿਬ ਦੀ ਛਤਰ ਛਾਇਆ ਹੇਠ ਇਕੱਠੇ ਹੋਈਏ ਜੀ। ਉਹ ਸਿੱਖ ਕੌਮ ਦੇ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੇ ਬੜਾ ਵੱਡਾ ਸਾਡੇ ਤੇ ਇੱਕ ਗੁਰੂ ਪਾਤਸ਼ਾਹ ਜੀ ਨੇ ਪੁਕਾਰ ਕੀਤਾ ਪਰਉਪਕਾਰ ਕੀਤਾ ਕਿ ਕੋਈ ਕੌਮੀ ਮਸਲਾ ਹੋਵੇ ਕੋਈ ਰਾਸ਼ਟਰੀ ਮੁੱਦਾ ਹੋਵੇ ਉਹ ਸ੍ਰੀ ਅਕਾਲ ਤਖਤ ਸਾਹਿਬ ਦੀ ਤਾਬਿਆਂ ਦੇ ਵਿੱਚ ਬੈਠ ਕੇ ਹੱਲ ਕੀਤਾ ਜਾਵੇ। ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਨੂੰ ਬਖਸ਼ਿਸ਼ ਕੀਤੀ ਸਮੁੱਚੇ ਤੌਰ ਤੇ ਪ੍ਰਬੰਧ ਚਲਾਉਣ ਦਾ ਤੇ ਮੈਨੂੰ ਅੱਜ ਖੁਸ਼ੀ ਵੀ ਆ ਕਿ 108 ਲਗਭਗ ਅਦਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚਲਾ ਰਹੀ ਆ ਔਰ ਜਿਨ੍ਹਾਂ ਦੇ ਵਿੱਚ ਸਾਡੀ ਗੁਰੂ ਰਾਮਦਾਸ ਮੈਡੀਕਲ ਯੂਨੀਵਰਸਿਟੀ ਵੀ ਆ ਔਰ ਇਹ ਯੂਨੀਵਰਸਿਟੀ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਪਹਿਲਾ ਨੰਬਰ ਸੀ ਉਹ ਪੰਜਾਬ ਦੇ ਵਿੱਚ ਇਸ ਯੂਨੀਵਰਸਿਟੀ ਨੂੰ ਮਿਲਿਆ ਸੀ। ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਫਤਿਹਗੜ੍ਹ ਚੱਲ ਰਹੀ ਆ ਔਰ ਬਹੁਤ ਸਾਰੇ ਅਦਾਰੇ ਆ ਜਿਹੜੇ ਸਾਡੇ ਨਾਮੀ ਜਿਨ੍ਹਾਂ ਦੇ ਵਿੱਚ ਕਿਸੇ ਵੇਲੇ ਪਿੱਛੇ ਨੂੰ ਨਿਗਾਹ ਮਾਰੀਏ ਕਿ ਬੰਬੇ ਦੇ ਵਿੱਚ ਜੇ ਕਾਲਜ ਖੋਲਿਆ ਖਾਲਸਾ ਕਾਲਜ ਉਹ ਸ਼੍ਰੋਮਣੀ ਕਮੇਟੀ ਨੇ ਪਹਿਲਾ ਕਾਲਜ ਖੋਲਿਆ ਮਟੋਂਗਾ ਉਸ ਤੋਂ ਬਾਅਦ ਸਾਡੇ ਬਜ਼ੁਰਗਾਂ ਨੇ ਫਿਰ ਨਨਕਾਣਾ ਸਾਹਿਬ ਟਰਸਟ ਕਾਇਮ ਕੀਤਾ ਲੁਧਿਆਣੇ ਦੇ ਵਿੱਚ ਕਿਸੇ ਵੇਲੇ 2-3 ਕਾਲਜ ਹੁੰਦੇ ਸੀ ਜਿਨ੍ਹਾਂ 'ਚ ਥਾਪਰ ਹੁੰਦਾ ਸੀ ਜਾਂ ਯੂਨੀਵਰਸਿਟੀ ਚੰਡੀਗੜ੍ਹ ਹੁੰਦਾ ਸੀ। ਇੰਜੀਨੀਅਰਿੰਗ ਕਾਲਜ ਸਾਡੇ ਬਜ਼ੁਰਗਾਂ ਨੇ 56 'ਚ ਸ਼ੁਰੂ ਕੀਤਾ। ਅੱਜ ਵਿਦੇਸ਼ ਦੇ ਵਿੱਚ ਚਲ ਜਾਓ ਜੇ GNE ਦਾ ਪੜ੍ਹਿਆ ਬੱਚਾ ਉਹਦੇ ਉਹ ਕਹਿੰਦੇ ਜੀ ਆ ਜਾ ਤੇਰੇ ਤੇ ਹੁਣ ਕੋਈ ਅਸੀਂ ਇੰਟਰਵਿਊ ਨਹੀਂ ਲੈਣੀ। ਸੋ ਇਹ ਸਾਡੇ ਬਜ਼ੁਰਗਾਂ ਨੇ ਬੜੇ ਵੱਡੇ ਉਪਰਾਲੇ ਉਦਮ ਕੀਤੇ ਜਿਹੜੇ ਸਾਡੇ ਚੱਲ ਰਹੇ ਆ ਔਰ ਟੌੜਾ ਸਾਹਿਬ ਦੇ ਵੇਲੇ ਟੌੜਾ ਸਾਹਿਬ ਨੇ ਆਪਣਾ ਜਿਹੜਾ ਲਾ ਲਓ ਤੁਸੀਂ ਫਤਿਹਗੜ੍ਹ ਸਾਹਿਬ ਉਹ ਮੈਂ ਤਾਂ ਸਿੱਧੇ ਲਫ਼ਜ਼ਾਂ 'ਚ ਉਹਨੂੰ ਕਹਿੰਦਾ ਹੁੰਦਾ ਹੱਬ ਆਫ ਐਜੂਕੇਸ਼ਨ ਆ। ਉੱਥੇ ਇੰਜੀਨੀਅਰਿੰਗ ਕਾਲਜ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਨਾਂ ਤੇ ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਦੇ ਪਬਲਿਕ ਸਕੂਲ ਮਾਤਾ ਗੁਜਰੀ ਖਾਲਸਾ ਕਾਲਜ ਜਿਹੜਾ ਇੱਕ ਐਸਾ ਕਾਲਜ ਹੈ ਜਿਹਨੂੰ ਆਟੋਨੋਮਸ ਤੌਰ ਦੇ ਉੱਤੇ ਸਟੇਟਸ ਮਿਲਿਆ ਔਰ 3 ਵਾਰੀ A+ ਨੈਕ ਨੇ ਉਹਨਾਂ ਨੂੰ ਗ੍ਰੇਡ ਦਿੱਤਾ। ਸੋ ਸਾਡੇ ਇਦਾਂ ਦੇ ਅਦਾਰੇ ਨਾਮ ਬਾਰੇ ਆ ਸਾਡਾ ਖਾਲਸਾ ਕਾਲਜ ਪਟਿਆਲਾ ਇਵੇਂ ਸਾਡਾ ਬਟਲਾਡਾ ਕਾਲਜ ਆ ਗੁਰੂ ਨਾਨਕ ਕਾਲਜ ਮੁਕਤਸਰ ਉਹ ਵੀ ਗੁਰੂ ਨਾਨਕ ਖਾਲਸਾ ਕਾਲਜ ਮੁਕਤਸਰ ਵੀ ਇਵੇਂ ਸਾਡਾ ਆਨੰਦਪੁਰ ਸਾਹਿਬ ਵਾਲਾ ਖਾਲਸਾ ਕਾਲਜ ਤੇ ਸਾਡੇ ਇਨਾਮੀ ਕਾਲਜ ਆ ਬੱਬਰ ਮੋਰਜ ਸਾਡਾ ਗੜ੍ਹ ਸ਼ੰਕਰ ਵਾਲਾ। ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੱਡੀਆਂ ਪ੍ਰਾਪਤੀਆਂ ਤੇ ਉਪਲਬਧੀਆਂ ਆ। ਇਹ ਠੀਕ ਆ ਵੀ ਹੁਣ ਸਮੇਂ ਦਾ ਪ੍ਰਕੋਪ ਹੋਣ ਕਰਕੇ ਥੋੜਾ ਜਿਹਾ ਅਸੀਂ ਕਹਿ ਲਈਏ ਵੀ ਸਾਡੇ ਟੀਚਰ ਸਾਹਿਬਾਨ ਵੀ ਆਲਸੀ ਹੋ ਗਏ ਵੀ ਮਿਹਨਤ ਨਾ ਕਰਨੀ ਪਵੇ ਤੇ ਸਾਰਾ ਕੁਝ ਸ਼੍ਰੋਮਣੀ ਕਮੇਟੀ ਦੇ ਸਿੱਟ ਕੇ ਅਸੀਂ ਫਾਰਗ ਹੋ ਜਾਂਦੇ। ਇਹ ਸ਼੍ਰੋਮਣੀ ਕਮੇਟੀ ਕੌਮ ਦੀ ਇੱਕ ਸੰਸਥਾ ਆ ਵੱਡੀ ਤੁਹਾਡੇ ਸਹਿਯੋਗ ਦੀ ਬੜੀ ਵੱਡੀ ਆਸ ਆ ਤੇ ਤੁਹਾਡੇ ਸਹਿਯੋਗ ਦੇ ਨਾਲ ਹੀ ਚੱਲ ਰਹੀ ਆ ਜੀ। ਸੋ ਪਿਛਲੇ ਦਿਨੀ ਗੁਰੂ ਨਾਨਕ ਕਾਲਜ ਮੁਕਤਸਰ ਨੂੰ এনवायरमेंट ਸਟੱਡੀ ਦੇ ਉੱਤੇ ਵੀ ਇੱਕ ਮਿਨਿਸਟਰੀ ਆਫ HRD ਨੇ ਇੱਕ ਮਾਨ ਸਨਮਾਨ ਦਿੱਤਾ ਹੈ ਔਰ ਇਸੇ ਤਰ੍ਹਾਂ ਹੀ ਪਹਿਲਾਂ ਵੀ ਯੂਨੀਵਰਸਿਟੀਆਂ ਨੂੰ ਤੁਹਾਡੇ ਮਾਨ ਸਨਮਾਨ ਮਿਲਦੇ ਰਹੇ ਨੇ। ਦੇਖੋ ਗੁਰੂ ਨਾਨਕ ਖਾਲਸਾ ਕਾਲਜ ਜਿਹੜਾ ਸਾਡਾ ਮੁਕਤਸਰ ਦਾ ਉਹ ਵਧੀਆ ਕਾਲਜਾਂ ਦੇ ਵਿੱਚ ਤੇ ਸਾਡੇ ਡਾਇਰੈਕਟਰ ਬੀਬੀ ਤੇਜਿੰਦਰ ਕੌਰ ਜੀ ਧਾਲੀਵਾਲ ਉੱਥੋਂ ਦੇ ਪ੍ਰਿੰਸੀਪਲ ਵੀ ਆ ਤੇ ਸਾਡੇ ਡਾਇਰੈਕਟੋਰੇਟ ਵੀ ਆ। ਉਹ ਤੋਂ ਇਲਾਵਾ ਵੀ ਤੁਸੀਂ ਸਾਡੇ ਬਾਕੀ ਜਿਹੜੇ ਖਾਲਸਾ ਕਾਲਜ ਆ ਉਹਨਾਂ ਦੇ ਵਿੱਚ ਤੁਸੀਂ ਆਨੰਦਪੁਰ ਸਾਹਿਬ ਜਿਹੜੇ ਹੁਣ ਸਭ ਤੋਂ ਵਧੀਆ ਕਾਲਜ ਐਲਾਨੇ ਗਏ ਉਹਦੇ ਵਿੱਚ 3 ਨੰਬਰ ਉਸ ਖਾਲਸਾ ਕਾਲਜ ਆਨੰਦਪੁਰ ਸਾਹਿਬ ਦਾ। ਸਾਡੀਆਂ ਤਕਰੀਬਨ ਉਪਲਬਧੀਆਂ ਵੀ ਆ ਤੇ ਕਈ ਵਾਰੀ ਮੇਰੇ ਵਰਗੇ ਕਮਜ਼ੋਰ ਬੰਦੇ ਜੇ ਆ ਕੇ ਨੁਕਸਾਨ ਵੀ ਕਰ ਜਾਂਦੇ ਗੁਰੂ ਸਾਹਿਬ ਕਿਰਪਾ ਕਰਨ। ਨਹੀਂ ਤੁਸੀਂ ਬੜੀ ਸ਼ਿੱਦਤ ਨਾਲ ਲੱਗੇ ਸਾਰੇ ਜਿਹੜੇ ਕਾਰਜ ਆ ਸਤਿਗੁਰੂ ਜੀ ਦੇ ਸਨਮੁਖ ਹੋ ਕੇ ਕੌਮ ਸਾਰਿਆਂ ਕੋਲੋਂ ਕਰਵਾਵੇ ਜੀ। ਤੁਹਾਡਾ ਬਹੁਤ ਸ਼ੁਕਰੀਆ ਤੁਸੀਂ ਦਰਸ਼ਨ ਦਿੱਤੇ ਔਰ ਇਹ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਧਾਮੀ ਜਿਨ੍ਹਾਂ ਨੇ ਸਾਰੇ ਪ੍ਰਸ਼ਨਾਂ ਦੇ ਉੱਤਰ ਬੜੀ ਬੇਬਾਕੀ ਨਾਲ ਦਿੱਤੇ ਨੇ। ਸੋ ਸਮੇਂ-ਸਮੇਂ ਤੇ ਅਸੀਂ ਇਸ ਤਰ੍ਹਾਂ ਦੀ ਗੱਲਬਾਤ ਪੰਥਕ ਸ਼ਖਸੀਅਤ ਨਾਲ ਕਰਾਉਂਦੇ ਰਹਾਂਗੇ। ਸੋ ਮੈਨੂੰ ਜਸਵਿੰਦਰ ਸਿੰਘ ਬਿੱਟਾ ਨੂੰ ਦਿਓ ਇਜਾਜ਼ਤ। ਦੇਖਦੇ ਰਹੋ ਤੁਹਾਡਾ ਆਪਣਾ ਤੁਹਾਡੇ ਲਈ ਪ੍ਰਾਈਮ ਏਸ਼ੀਆ TV।